इस मौके ते विशेष विषय ते हो रही है। सारे प्रैस वाले साथियों नूं दसना चाहुंदे आ भी अज दी प्रैस कानफ्रेंस साडी जथेबंदी भारती किसान एकता उगराहां वल्लों चोणां दे विषय ते हो रही है कि तुसीं चोणां दे विच हिस्सा क्यों नहीं लैंदे। बार बार ये गल चर्चा च आउंदी है। असीं चोणां नूं की समझदे आ, ਇਹਦੇ ਬਾਰੇ ਚੋਣਾਂ ਦੇ ਵਿੱਚ ਅਸੀਂ ਕਿਉਂ ਨਹੀਂ ਹਿੱਸਾ ਲੈਂਦੇ। ਨਾ ਅਸੀਂ ਕਿਸੇ ਦੀ ਵੋਟ ਪਾਉਂਦੇ ਹਾਂ, ਨਾ ਅਸੀਂ ਕਿਸੇ ਦੀ ਸਪੋਰਟ ਕਰਦੇ ਹਾਂ, ਨਾ ਚੋਣਾਂ 'ਚ ਹਿੱਸਾ ਲੈਂਦੇ ਹਾਂ। ਵੋਟਾਂ ਵਾਸਤੇ ਸਾਡੇ ਕੇਡਰ ਨੂੰ ਖੁੱਲ੍ਹੀ ਛੁੱਟੀ ਹੈ, ਜਿਹਨੂੰ ਮਰਜ਼ੀ ਉਹ ਪਾਉਣ, ਜਿਹਨੂੰ ਮਰਜ਼ੀ ਉਹ ਨਾ ਪਾਉਣ। ਇਸ ਕਰਕੇ ਸਾਡੀ ਇਹ ਪੋਜੀਸ਼ਨ ਕਿਉਂ ਹੈ, ਇਸ ਹਾਲਤ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਸਾਡਾ ਦੇਸ਼ ਹੈ ਇਹ ਪੂਰੀ ਤਰ੍ਹਾਂ ਤੇ ਆਰਥਿਕ ਤੌਰ ਤੇ ਗੁਲਾਮ ਹੈ ਦੂਜੇ ਦੇਸ਼ਾਂ ਦਾ। ਜਿਹੜੇ ਵਿਕਸਿਤ ਮੁਲਕ ਨੇ ਉਹਨਾਂ ਦੀਆਂ ਨੀਤੀਆਂ ਸਾਡੇ ਤੇ ਠੋਸੀਆਂ ਜਾਂਦੀਆਂ ਨੇ। ਉਹ ਨੀਤੀਆਂ ਜਦੋਂ ਸਾਡੇ ਤੇ ਲਾਗੂ ਕਰਦੇ ਨੇ ਉਹ ਸਾਡੇ ਕਿਰਤੀਆਂ ਦਾ, ਸਾਡੇ ਆਮ ਲੋਕਾਂ ਦਾ, ਸਧਾਰਨ ਲੋਕਾਂ ਦਾ, ਵੱਡੇ ਤਬਕਿਆਂ ਦਾ ਉਹ ਨੁਕਸਾਨ ਕਰਦੀਆਂ ਨੇ। ਉਹ ਨੀਤੀਆਂ ਬਣਦੀਆਂ ਪਾਰਲੀਮੈਂਟ ਤੋਂ ਬਾਹਰ ਨੇ ਤੇ ਪਾਰਲੀਮੈਂਟ ਦੇ ਹਾਕਮ ਤੇ ਸਾਡੀ ਅਫਸਰਸ਼ਾਹੀ ਉਹਨਾਂ ਨੀਤੀਆਂ ਤੇ ਪਹਿਰੇਦਾਰੀ ਕਰਦੀ ਹੈ। ਜਦੋਂ ਉਹ ਨੀਤੀਆਂ ਸਾਡੇ ਤੇ ਲਾਗੂ ਹੁੰਦੀਆਂ ਨੇ ਉਦੋਂ ਸਾਡਾ ਕਚੂੰਬਰ ਨਿਕਲਦਾ ਤੇ ਕਾਰਪੋਰੇਟਾਂ ਦੇ ਮੁਨਾਫੇ ਵੱਧਦੇ ਨੇ। ਜਿਵੇਂ ਪਿਛਲੇ ਸਮਿਆਂ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਾਰਪੋਰੇਟ ਦੇ 3 ਵੱਡੇ ਅਦਾਰੇ ਜਿਹੜਾ ਉਹਨਾਂ ਦੇ ਹਿੱਤ ਪੂਰਨ ਦੀ ਖਾਤਰ ਬਣਾਏ ਹੋਏ ਨੇ, WTO, ਕੌਮਾਂਤਰੀ ਮੁੰਦਰਾ ਕੋਸ਼ ਤੇ ਸੰਸਾਰ ਬੈਂਕ। ਇਹ 3 ਵੱਡੇ ਅਦਾਰੇ ਨੇ ਜਿਹੜੇ ਨੀਤੀਆਂ ਬਣਾਉਂਦੇ ਨੇ ਸਾਮਰਾਜੀ ਦੇਸ਼ਾਂ ਦੀਆਂ, ਉਹਨਾਂ ਦੇ ਪੱਖ ਦੀਆਂ ਤੇ ਵਿਕਾਸਸ਼ੀਲ ਮੁਲਕਾਂ ਨੂੰ ਲੁੱਟ ਖਸੁੱਟ ਦੇ ਵਾਸਤੇ ਉਹ ਸਾਧਨ ਬਣਦੇ ਨੇ। ਉਹ ਨੀਤੀਆਂ ਕਿਸੇ ਪਾਰਲੀਮੈਂਟ ਦੇ ਵਿੱਚ ਨਹੀਂ ਬਣਾਈਆਂ ਜਾਂਦੀਆਂ। ਸਾਡੇ ਪਾਰਲੀਮੈਂਟ ਦੇ ਹਾਕਮ ਉਹਨਾਂ ਨੀਤੀਆਂ ਤੇ ਦਸਤਖਤ ਕਰਦੇ ਨੇ। ਉਹਨਾਂ ਦਾ ਨਾਂ ਭਾਵੇਂ ਆਰਥਿਕ ਸੁਧਾਰ ਦਿੱਤਾ ਜਾਂਦਾ, ਉਹਨਾਂ ਦਾ ਨਾਂ ਦੇਸ਼ ਦਾ ਵਿਕਾਸ ਬਾਰੇ ਕਿਹਾ ਜਾਂਦਾ ਵੀ ਦੇਸ਼ ਇਹਦੇ ਨਾਲ ਵਿਕਾਸ ਕਰੂਗਾ, ਪਰ ਅਸਲ ਵਿੱਚ ਉਹ ਦੇਸ਼ ਦਾ ਨਾਸ਼ ਹੁੰਦਾ। ਜਿਵੇਂ ਦੇਖਿਆ ਜਾ ਸਕਦਾ ਹੈ, ਜਿਵੇਂ 2013 ਦੀ ਬਾਲੀ ਦੇ ਵਿੱਚ ਇੱਕ ਵੱਡੀ WTO ਦੇ ਦੇਸ਼ਾਂ ਦੀ ਕਾਨਫਰੰਸ ਹੋਈ, ਮੀਟਿੰਗ ਹੋਈ, ਜਿਹਦੇ ਵਿੱਚ ਸੰਸਾਰ ਬੈਂਕ ਨੇ ਸਾਡੇ ਹਾਕਮਾਂ ਨੂੰ ਝਾੜਾਂ ਪਾਈਆਂ ਕਿ ਤੁਸੀਂ ਪਾਣੀ ਤੇ ਸਬਸਿਡੀ ਦੇ ਰਹੇ ਹੋ, ਬਿਜਲੀ ਤੇ ਸਬਸਿਡੀ ਦੇ ਰਹੇ ਹੋ, ਖੇਤੀ ਕਿੱਤੇ ਤੇ ਸਬਸਿਡੀ ਦੇ ਰਹੇ ਹੋ। ਸਬਸਿਡੀਆਂ ਦੇਣਾ ਬੰਦ ਕਰੋ, ਤੁਸੀਂ FCI ਨੂੰ ਰੱਦ ਕਰੋ, ਤੁਸੀਂ ਖੇਤੀ ਦੇ ਅਨਾਜ ਦੇ ਵੱਡੇ ਵੱਡੇ ਭੰਡਾਰ ਜਮ੍ਹਾਂ ਕੀਤੇ ਹੋਏ ਨੇ, ਇਹ ਕੰਮ ਕਰਨਾ ਸਾਰਾ ਬੰਦ ਕਰੋ। ਯਾਨੀ ਇਹਦੇ ਤੇ ਸਾਡੇ ਇੱਕ ਆਰਥਿਕ ਮਾਹਰ ਨੇ ਅਵੇਜੀਤ ਸਿੰਘ ਨੇ ਉਹਦੇ ਟਿੱਪਣੀ ਕੀਤੀ ਕਿ ਜੇਕਰ ਤੁਸੀਂ ਆਪਣੇ ਗੋਦਾਮ ਖਾਲੀ ਕਰ ਦੋਗੇ, FCI ਤੇ ਅਨਾਜ ਮੰਡੀਆਂ ਕਾਰਪੋਰੇਟ ਦੇ ਹਵਾਲੇ ਕਰ ਦੋਗੇ ਤਾਂ ਦੇਸ਼ ਨੂੰ ਵੱਡੇ ਇੱਕ ਸੰਕਟ ਦਾ ਸਾਹਮਣਾ ਤੇ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਨੀ ਉਹਦੀਆਂ ਨੀਤੀਆਂ ਦਾ ਉਹਨਾਂ ਨੇ ਵਿਰੋਧ ਕੀਤਾ, ਪਰ ਸਰਕਾਰ ਨੇ ਉਹਨੂੰ ਨਹੀਂ ਮੰਨਿਆ। ਜਿਹੜੀਆਂ ਨੀਤੀਆਂ ਉਸੇ ਤੇ ਪਹਿਰੇਦਾਰੀ ਕੀਤੀ ਹੈ ਉਹਦੇ ਵਿੱਚ ਜੇ ਉਦਾਹਰਨਾਂ ਵਜੋਂ ਦੇਖਣਾ ਹੋਵੇ, ਵਿੱਦਿਆ ਦਾ ਨਿੱਜੀਕਰਨ, ਸਿਹਤ ਸੇਵਾਵਾਂ ਦਾ ਨਿੱਜੀਕਰਨ, ਹਵਾਈ ਅੱਡੇ, ਰੇਲ ਗੱਡੀਆਂ, ਕੋਲੇ ਦੀਆਂ ਖਾਣਾਂ ਤੇ ਬਿਜਲੀ ਬੋਰਡ ਦਾ ਜਿਹੜਾ ਪਬਲਿਕ ਸੈਕਟਰ ਹੈ, ਜਿਹੜਾ ਨੋ ਪ੍ਰੋਫਿਟ ਨੋ ਲਾਸ ਵਾਲੇ ਅਦਾਰੇ ਸੀ, ਉਹ ਸਾਰੇ ਦੇ ਸਾਰੇ ਅਦਾਰੇ ਕਾਰਪੋਰੇਟਾਂ ਦੇ ਹਵਾਲੇ ਕਰਕੇ ਉਹਨਾਂ ਨੂੰ ਵੱਡੇ ਮੁਨਾਫੇ ਦੇਣ ਦੀ ਖਾਤਰ ਉਹਨਾਂ ਨੂੰ ਉਹ ਫੈਸਲੇ ਕੀਤੇ ਨੇ। ਆਰਥਿਕ ਸੁਧਾਰਾਂ ਦੇ ਨਾਂ ਤੇ ਆਹ ਜਿਹੜੇ 3 ਕਾਲੇ ਕਾਨੂੰਨ ਨੇ, ਇਹ ਕਾਲੇ ਕਾਨੂੰਨ ਵੀ ਉਹਨਾਂ ਆਰਥਿਕ ਸੁਧਾਰਾਂ ਦੇ ਨਾਂ ਤੇ ਕਿਹਾ ਗਿਆ ਕਿਸਾਨਾਂ ਨੂੰ ਵੀ ਤੁਹਾਡਾ ਮੁਨਾਫਾ ਦੁੱਗਣਾ ਕਰਨ ਦੀ ਖਾਤਰ ਅਸੀਂ ਇਹ ਕਾਨੂੰਨ ਬਣਾਏ ਨੇ। ਤੇ ਸਾਰੇ ਮਾਹਰਾਂ ਨੇ, ਤੁਸੀਂ ਸਾਰੇ ਜਿੰਨੇ ਵੀ ਤੁਸੀਂ ਸਾਡੇ ਪੰਜਾਬ ਦੇ ਮੀਡੀਆ ਨਾਲ ਜੁੜੇ ਹੋਏ ਲੋਕ ਹੋ, ਉਹਨਾਂ ਸਾਰਿਆਂ ਨੇ ਇਹ ਗੱਲ ਨੂੰ ਚੰਗੀ ਤਰ੍ਹਾਂ ਪਛਾਣਿਆ ਵੀ ਜੇ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਜਿਹੜੇ ਅਨਾਜ ਦੇ ਭੰਡਾਰ, ਸਰਕਾਰੀ ਮੰਡੀਆਂ, ਸਰਕਾਰੀ ਖਰੀਦ ਏਜੰਸੀਆਂ ਇਹ ਬੇਕਾਰ ਹੋ ਜਾਣਗੀਆਂ। ਤਾਂ ਜਿਹੜਾ ਅਨਾਜ ਆ ਜਿਹੜਾ ਕਾਰਪੋਰੇਟ ਦੇ ਹਵਾਲੇ ਹੋ ਜਾਊਗਾ। ਜਦੋਂ ਕਾਰਪੋਰੇਟ ਦਾ ਕੰਟਰੋਲ ਹੈ ਤਾਂ ਮਨਮਰਜ਼ੀ ਦਾ ਰੇਟ ਨਾਲ, ਮਰਜ਼ੀ ਦੇ ਮੁਨਾਫੇ ਨਾਲ ਉਹ ਵੇਚੂਗਾ। ਇਹਦਾ ਜਦੋਂ ਅਸੀਂ ਮੁਕਾਬਲਾ ਕੀਤਾ, ਇਹ ਕਿਸੇ ਪਾਰਲੀਮੈਂਟਰੀ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਇਹਦਾ ਅੰਦੋਲਨ ਨਹੀਂ ਲੜਿਆ।
ਅੰਦੋਲਨ ਉਹਨਾਂ ਲੋਕਾਂ ਨੇ ਲੜਿਆ ਜਿਨ੍ਹਾਂ ਤੇ ਇਹਦਾ ਅਸਰ ਪੈਣਾ ਸੀ। ਜਦੋਂ ਉਹ ਇਕੱਠੇ ਹੋ ਕੇ ਲੜੇ ਤਾਂ ਇਹ ਸੰਸਾਰ ਦੀਆਂ ਨੀਤੀਆਂ ਨੂੰ, ਆਰਥਿਕ ਸੁਧਾਰਾਂ ਨੂੰ ਦਾ ਨਾਂ ਤੇ ਜਿਹੜੀਆਂ ਠੋਪ ਰਹੇ ਸਾਡੇ ਤੇ, ਉਹ ਵਾਪਸ ਹੋਈਆਂ ਨੇ। ਇਸ ਕਰਕੇ ਸਾਡਾ ਇਹ ਭਰੋਸਾ ਹੈ ਕਿ ਜਿਹੜੀਆਂ ਪਾਰਲੀਮੈਂਟ ਤੋਂ ਬਾਹਰ ਬਣਦੀਆਂ ਨੇ ਆਰਥਿਕ ਸੁਧਾਰ, ਨਵੇਂ ਆਰਥਿਕ ਸੁਧਾਰ ਜਿਹਦੇ ਕਦੇ ਵੀ ਪਾਰਲੀਮੈਂਟ 'ਚ ਨਹੀਂ ਬਣੇ, ਸਿਰਫ ਪਾਰਲੀਮਾਨੀ ਢਾਂਚਾ ਉਹਨਾਂ ਤੇ ਦਸਤਖਤ ਕਰਦਾ ਹੈ। ਇਸ ਕਰਕੇ ਅਸੀਂ ਇਹ ਸਮਝਦੇ ਹਾਂ ਵੀ ਇਹਨਾਂ ਹਾਲਤਾਂ ਦੇ ਵਿੱਚ ਕੋਈ ਪਾਰਲੀਮੈਂਟ ਚਲਾ ਜਾਵੇ, ਕੋਈ ਵਿਧਾਨ ਸਭਾ ਚਲਾ ਜਾਵੇ, ਉਹ ਲੋਕਾਂ ਦਾ ਫਾਇਦਾ ਨਹੀਂ ਕਰਨਾ। ਉਹਨੂੰ ਕਾਰਪੋਰੇਟ ਘਰਾਣਿਆਂ ਦੀਆਂ ਬਣਾਈਆਂ ਹੋਈਆਂ ਨੀਤੀਆਂ ਤੇ ਪਹਿਰੇਦਾਰੀ ਕਰਨੀ ਪੈਂਦੀ ਹੈ, ਜਿਹੜੀਆਂ ਸਾਡੇ ਪੱਖ ਦੀਆਂ ਨਹੀਂ। ਇਸ ਕਰਕੇ ਇਹਦੇ ਨਾਲ ਜੇ ਇਹਨਾਂ ਨੂੰ ਹਟਾਉਣਾ ਹੈ, ਇਹਦਾ ਜਾਣੀ ਇਹਨਾਂ ਨੂੰ ਰੋਕਣਾ ਹੈ, ਤਾਂ ਇਹਦੇ ਬਰਾਬਰ ਦਾ ਇੱਕ ਮਾਡਲ ਲੈ ਕੇ ਆਉਣ ਦੀ ਜਿਹੜੀ ਗੱਲ ਹੈ, ਉਹ ਇੱਕ ਮਾਡਲ ਬਰਾਬਰ ਲੈ ਕੇ ਆਉਣਾ ਪੈਣਾ। ਉਹਦੇ ਤੇ ਸਾਡੇ ਅਗਲੇ ਸਾਥੀਆਂ ਨੇ ਗੱਲ ਕਰਨੀ ਹੈ। ਅਸੀਂ ਇਸ ਪ੍ਰੈਸ ਕਾਨਫਰੰਸ ਨੂੰ 3 ਪੋਰਸ਼ਨਾਂ ਦੇ ਵਿੱਚ ਵੰਡਿਆ। ਮੈਂ ਜਿਹੜਾ ਪਹਿਲਾ ਮਾਡਲ ਹੈ, ਵਿਕਾਸ ਮਾਡਲ, ਜਿਹੜੀਆਂ ਸਾਡੇ ਹਾਕਮ ਸਾਡੇ ਤੇ ਸੋਚ ਰਹੇ ਨੇ, ਉਹਦੇ ਤੇ ਮੋਟੇ ਤੌਰ ਤੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ। ਇਹਦੇ ਬਰਾਬਰ ਦਾ ਕਿਹੜਾ ਮਾਡਲ ਹੋਊਗਾ, ਉਹਦੇ ਸਾਡੇ ਸੂਬੇ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਆਪਣੀ ਗੱਲ ਰੱਖਣਗੇ। ਤੇ ਤੀਜੇ ਇਸ਼ੂ ਹੈ ਜਿਹੜਾ ਸਾਡਾ, ਉਹ ਝੰਡਾ ਸਿੰਘ ਜੇਠੂ ਕੇ ਸਾਡੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਨੇ, ਉਹ ਤੇ ਇਹ ਗੱਲ ਰੱਖਣਗੇ। ਫਿਰ ਤੁਹਾਡੇ ਜਵਾਬ ਸਵਾਲ ਸਾਡੇ ਤੇ ਹੋ ਸਕਦੇ ਨੇ। ਇਸ ਤੋਂ ਬਾਅਦ ਇਹਦੇ ਬਰਾਬਰ ਦਾ ਮਾਡਲ ਅਸੀਂ ਕਿਹੋ ਜਿਹਾ ਮਾਡਲ ਚਾਹੁੰਦੇ ਹਾਂ, ਇਹ ਤੇ ਗੱਲ ਰੱਖਣਗੇ ਸਾਡੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ। ਸਤਿਕਾਰਯੋਗ ਪ੍ਰੈਸ ਤੇ ਸੋਸ਼ਲ ਮੀਡੀਆ ਰਿਪੋਰਟਰ ਭੈਣੋ ਭਰਾਵੋ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਕਿਸਾਨੀ ਦਾ, ਖੇਤੀ ਦਾ ਵਿਕਾਸ ਕਿਵੇਂ ਹੋਊਗਾ। ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਜਿਹੜਾ ਵਿਕਾਸ ਮਾਡਲ ਇਹਨਾਂ ਨੇ ਅਪਣਾਇਆ ਹੋਇਆ ਹੁਣ ਤੱਕ, ਉਹਨੇ ਖੇਤੀ ਕਰਨ ਵਾਲੇ ਵੀ ਤਬਾਹ ਕੀਤੇ ਆ ਤੇ ਹੋਰ ਸਾਰੇ ਕਿਰਤੀ ਤਬਕੇ ਤਬਾਹ ਹੀ ਕੀਤੇ ਆ, ਰੁਜ਼ਗਾਰ ਵੀ ਜੁੜਿਆ, ਸਾਰਾ ਕੁਝ ਇਹਨਾਂ ਨੇ ਦੱਸਤਾ। ਇਹ ਖੇਤੀ ਦਾ, ਕਿਸਾਨੀ ਦਾ ਵਿਕਾਸ ਕਿਵੇਂ ਹੋਊਗਾ, ਉਹਦੇ ਵਾਸਤੇ 3 ਜ਼ਰੂਰੀ ਸ਼ਰਤਾਂ ਹੈ। ਪਹਿਲੀ, ਜ਼ਮੀਨੀ ਸੁਧਾਰ, ਕਾਣੀ ਵੰਡ ਖਤਮ ਕਰਨੀ ਜ਼ਮੀਨਾਂ ਦੀ, ਜਿਹਦੇ ਬਾਰੇ ਇੱਥੋਂ ਦੇ ਹੁਕਮਰਾਨਾਂ ਨੂੰ 1953 'ਚ ਜਦੋਂ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਅੰਦੋਲਨ ਤੇਲੰਗਾਨਾ ਦਾ ਤੇ ਪੰਜਾਬ ਦੇ ਵਿੱਚ ਮੁਜ਼ਾਹਰਾ ਲਹਿਰ ਪੈਪਸੂ ਦੀ ਬਹੁਤ ਸਿਖਰਾਂ ਤੇ ਪਹੁੰਚੇ ਹੋਏ ਸੀਗੇ, ਉਹਦੇ ਦਬਾਅ ਥੱਲੇ ਉਹ 17.5 ਸਟੈਂਡਰਡ ਏਕੜ ਦਾ ਕਾਨੂੰਨ ਤਾਂ ਬਣਾਉਣਾ ਪੈ ਗਿਆ, ਜਿੱਥੇ ਜਿੱਥੇ ਲੜ ਕੇ ਲਾਗੂ ਕਰਾ ਲਿਆ ਉਹ ਤਾਂ ਕਰਾ ਲਿਆ, ਪਰ ਬਾਕੀ ਸਾਰੇ ਥਾਈਂ ਅਜੇ ਉਵੇਂ ਦਾ ਉਵੇਂ ਉਹ ਵੱਡੇ ਵੱਡੇ ਜਗੀਰਦਾਰ, ਜਿਨ੍ਹਾਂ ਨੂੰ ਪਹਿਲਾਂ ਬਾਦਸ਼ਾਹਾਂ ਨੇ ਤੇ ਫਿਰ ਬਰਤਾਨਵੀ ਸਾਮਰਾਜੀਆਂ ਨੇ ਜਗੀਰਾਂ ਸੌਂਪੀਆਂ ਸੀ, ਕਈ ਪਿੰਡਾਂ ਦੀਆਂ ਜ਼ਮੀਨਾਂ ਸੌਂਪੀਆਂ ਸੀ, ਉਹ ਜਗੀਰਦਾਰ ਅੱਜ ਵੀ ਪੂਰੇ ਭਾਰਤ ਦੇ ਵਿੱਚ ਲਗਭਗ 6 ਕਰੋੜ ਏਕੜ ਜ਼ਮੀਨ ਫਾਲਤੂ ਨਿਕਲਦੀ ਆ ਉਸ ਕਾਨੂੰਨ ਦੇ ਮੁਤਾਬਕ। ਇਦੋਂ ਬਿਨਾਂ ਜਿਹੜੀ ਬੇਆਬਾਦ ਪਈ ਆ ਜ਼ਮੀਨ, ਖਾਲੀ ਪਈ ਆ ਜ਼ਮੀਨ, ਲਗਭਗ 10.25 ਕਰੋੜ ਏਕੜ ਉਹ ਬਣਦੀ ਆ। ਇਹ ਜਿੰਨੇ ਵੀ ਖੇਤੀ ਤੇ ਨਿਰਭਰ ਖੇਤ ਮਜ਼ਦੂਰ ਜਾਂ ਕਿਸਾਨ, ਖਾਸ ਕਰਕੇ ਬੇਜ਼ਮੀਨੇ ਕਿਸਾਨ ਜਾਂ ਥੋੜ ਜ਼ਮੀਨੇ ਕਿਸਾਨ, ਉਹਨਾਂ ਵਿੱਚ ਜੇ ਵੰਡੀ ਜਾਵੇ ਤਾਂ ਇਹ ਲਗਭਗ 5-5 ਏਕੜ ਜ਼ਮੀਨ ਆਉਂਦੀ ਹੈ ਸਾਰੀ ਆਬਾਦ ਕਰਕੇ। ਤੇ ਫਾਲਤੂ ਜ਼ਮੀਨ ਜਗੀਰਦਾਰਾਂ ਵਾਲੀ ਜੇ ਵੰਡਣੀ ਹੋਵੇ ਤਾਂ ਜਿਹੜੀ ਇਸ ਵੇਲੇ ਖੇਤੀ ਕਰਨ ਵਾਲੇ ਵੱਡੇ ਹਿੱਸੇ ਨੂੰ ਖੇਤ ਮਜ਼ਦੂਰ ਬੇਜ਼ਮੀਨੇ ਆ, ਤੇ ਜੇ ਪੂਰੇ ਭਾਰਤ ਦਾ ਡਾਟਾ ਬੇਸ਼ੱਕ ਨਹੀਂ ਮਿਲ ਸਕਿਆ, ਪਰ ਪੰਜਾਬ ਦਾ ਡਾਟਾ ਖੇਤੀਬਾੜੀ ਯੂਨੀਵਰਸਿਟੀ ਦੇ ਆਰਥਿਕ ਮਾਹਰ, ਉਹਦੇ ਮੁਤਾਬਕ ਪਿਛਲੇ ਨਵੀਆਂ ਆਰਥਿਕ ਨੀਤੀਆਂ ਨੇ, ਨਵੇਂ ਆਰਥਿਕ ਸੁਧਾਰਾਂ ਨੇ
2 ਲੱਖ ਕਿਸਾਨ ਤਾਂ ਇਹਨਾਂ ਨੇ ਉਜਾੜਤੇ, ਜ਼ਮੀਨਾਂ ਤੋਂ ਬਿਲਕੁਲ ਬੇਦਖਲ ਕਰਤੇ, ਜ਼ਮੀਨਾਂ ਖੋਹ ਲਈਆਂ ਉਹਨਾਂ ਦੀਆਂ। ਇਸ ਤਰ੍ਹਾਂ 7 ਲੱਖ ਪਰਿਵਾਰ ਖੇਤ ਮਜ਼ਦੂਰਾਂ ਦੇ ਪੰਜਾਬ ਦੇ ਵਿੱਚ ਵੀ ਜ਼ਗੀਰਦਾਰਾਂ ਕੋਲੇ, ਵੱਡੇ ਭੂਮੀਪਤੀਆਂ ਕੋਲੇ ਫਾਲਤੂ ਜ਼ਮੀਨ ਕਾਨੂੰਨ ਮੁਤਾਬਕ 16,66,000 ਏਕੜ, 2001 ਦਾ ਅੰਕੜਾ ਹੈ, ਪੌਣੇ 17 ਲੱਖ ਏਕੜ, ਜਿਹੜੀ ਵੰਡੀ ਦੀ ਲਗਭਗ 2.5 ਏਕੜ ਪ੍ਰਤੀ ਪਰਿਵਾਰ ਪੰਜਾਬ ਵਾਲੇ ਬੇਜ਼ਮੀਨੇ ਤੇ ਥੋੜ੍ਹੇ ਜ਼ਮੀਨੇ ਪਰਿਵਾਰਾਂ ਨੂੰ ਉਹ ਆਉਂਦੀ ਹੈ 2.5 ਪੌਣੇ 3 ਏਕੜ। ਇਹਦੇ ਨਾਲ ਜਿਹੜੇ ਇਹਨਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਥੋੜ੍ਹੇ ਜ਼ਮੀਨੇ ਬੇਜ਼ਮੀਨੇ ਕਿਸਾਨ ਲਗਭਗ 18% ਪੰਜਾਬ ਦੇ ਵਿੱਚ ਇਸ ਵੇਲੇ ਸਾਡਾ ਆਪਦਾ ਇਹ ਸਰਵੇਖਣ ਹੈ, ਸਰਵੇ ਕੀਤਾ ਸਾਡੀ ਜਥੇਬੰਦੀ ਨੇ, ਉਹ ਬੇਜ਼ਮੀਨੇ ਹੋ ਚੁੱਕੇ ਆ ਜਿਨ੍ਹਾਂ ਕੋਲ ਪਹਿਲਾਂ ਜ਼ਮੀਨ ਸੀਗੀ। ਤੇ ਖੇਤ ਮਜ਼ਦੂਰਾਂ ਸਣੇ ਇਹ ਸਾਰਿਆਂ ਨੂੰ ਜਿਨ੍ਹਾਂ ਨੇ ਖੇਤੀ ਤੇ ਉਦੋਂ ਬਿਨਾਂ ਕੋਈ ਸਾਧਨ ਹੀ ਹੈ ਨਹੀਂ, ਉਹਨਾਂ ਕੋਲੇ ਆਪਦੀ ਰੋਜੀ ਰੋਟੀ ਦਾ ਖੇਤੀ ਤੇ ਹੀ ਨਿਰਭਰ ਹੈ, ਉਹਨਾਂ ਨੂੰ ਜ਼ਮੀਨ ਇਹ ਜ਼ਗੀਰਦਾਰਾਂ ਵਾਲੀ ਠੇਕੇ ਤੇ ਲੈ ਕੇ ਕਰਨੀ ਪੈਂਦੀ ਹੈ, ਜਿਹਦਾ 50,000 60,000 70,000 ਰੁਪਈਆ ਪ੍ਰਤੀ ਏਕੜ ਠੇਕਾ ਲੈਂਦੇ ਆ ਉਹ ਜ਼ਗੀਰਦਾਰ ਆ ਜਿਹੜੇ ਵੱਡੀਆਂ ਢੇਰੀਆਂ ਦੇ ਮਾਲਕ। ਇਸ ਤੋਂ ਇਲਾਵਾ ਲਾਗਤ ਖਰਚੇ ਕਿੰਨੇ ਵੱਧ ਗਏ, ਇਸੇ ਕਰਕੇ ਕਿਸਾਨਾਂ ਦੇ ਪੱਲੇ ਕੁਛ ਨਹੀਂ ਪੈਂਦਾ, ਕਰਜ਼ੇ ਚੜ੍ਹ ਰਹੇ ਆ, ਜਿਸ ਕਰਕੇ ਉਹਨਾਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਹੋਣਾ ਪੈ ਰਿਹਾ। ਬੇਵੱਸ ਆ ਉਹ, ਖੇਤੀ ਤੋਂ ਬਿਨਾਂ ਕੋਈ ਸਾਧਨ ਨਹੀਂ, ਪਰ ਖੇਤੀ ਦੇ ਵਿੱਚ ਘਾਟੇ ਪੈਂਦੇ ਆ, ਕਰਜ਼ੇ ਚੜ੍ਹਦੇ ਆ। ਇਸ ਕਰਕੇ ਜ਼ਗੀਰਦਾਰਾਂ ਦੀ ਜ਼ਮੀਨ ਵੰਡਣ ਦੇ ਨਾਲ ਇਹ ਹਿੱਸਾ ਜਿਹੜਾ, ਕਿਉਂਕਿ ਸਾਡਾ ਦੇਸ਼ ਪੂਰੇ ਦਾ ਪੂਰਾ ਖੇਤੀ ਪ੍ਰਧਾਨ ਦੇਸ਼ ਹੈ, ਖਾਸ ਕਰਕੇ ਪੰਜਾਬ ਤਾਂ ਸਭ ਤੋਂ ਵੱਧ ਖੇਤੀ ਪ੍ਰਧਾਨ ਹੈ, ਇਸ ਕਰਕੇ ਰੁਜ਼ਗਾਰ ਦਾ ਵੀ ਸਭ ਤੋਂ ਵੱਡਾ ਸਾਧਨ ਖੇਤੀ ਦੇ ਵਿੱਚ ਹੀ ਹੈ। ਉਹ ਰੁਜ਼ਗਾਰ ਵੀ ਇੱਥੋਂ ਦੇ ਮਸ਼ੀਨੀਕਰਨ ਨੇ, ਇੱਥੋਂ ਦੇ ਰਸਾਇਣੀਕਰਨ ਨੇ। ਜਿਹੜਾ ਪਹਿਲਾ ਹਰਾ ਇਨਕਲਾਬ ਫੋਰਡ ਫਾਊਂਡੇਸ਼ਨ ਜਿਹੜੀ ਗੱਲ ਕੀਤੀ ਪ੍ਰਧਾਨ ਜੀ ਨੇ ਵੀ ਕਿੱਥੋਂ ਨੀਤੀਆਂ ਬਣ ਕੇ ਆਉਂਦੀਆਂ, ਉਹਦੀ ਨੀਤੀ ਫੋਰਡ ਫਾਊਂਡੇਸ਼ਨ ਨੇ ਬਣਾਈ ਸੀ, ਅਮਰੀਕਾ ਦੀ ਕੰਪਨੀ ਨੇ, ਵਰਲਡ ਬੈਂਕ ਰਾਹੀਂ ਭੇਜੀ ਸੀ, ਸਾਡੇ ਹਾਕਮਾਂ ਨੇ ਮੋਹਰ ਲਾਈ ਸੀ। ਉਹਨੇ ਖੇਤੀ ਦਾ ਮਸ਼ੀਨੀਕਰਨ ਕਰਕੇ, ਰਸਾਇਣੀਕਰਨ, ਜ਼ਹਿਰਾਂ ਖੇਤੀ ਦੇ ਵਿੱਚ ਵਾੜ ਕੇ ਜਿੱਥੇ ਰੁਜ਼ਗਾਰ ਤਬਾਹ ਕੀਤਾ, ਉੱਥੇ ਲੋੜੇ ਦੀਆਂ ਬਿਮਾਰੀਆਂ ਸਾਡੇ ਗਲ ਪਾਈਆਂ, ਉਹ ਜ਼ਹਿਰਾਂ ਵਾਲੀ ਖੇਤੀ ਨੇ। ਇਸ ਕਰਕੇ ਇਹ ਸਾਰਾ ਕੁਛ ਜਦੋਂ ਇਹ ਜ਼ਮੀਨ ਦੀ ਵੰਡ ਹੋ ਗਈ ਤੇ ਨਾਲ ਇਹਦੇ ਜਿਹੜੀ ਇੰਡਸਟਰੀ ਹੈ, ਜਿਹੜੀ ਹੁਣ ਇਹ ਕਹਿੰਦੇ ਵਿਦੇਸ਼ਾਂ ਤੋਂ ਹੀ ਆ ਸਕਦੀ ਹੈ ਇੰਡਸਟਰੀ, ਉਹੀ ਲਾ ਸਕਦੇ ਆ। ਇਹ ਪਿੰਡ ਪਿੰਡ ਇੰਡਸਟਰੀ, ਖੇਤੀ ਦੀ ਇੰਡਸਟਰੀ ਪਿੰਡ ਪਿੰਡ ਚੱਲ ਸਕਦੀ ਹੈ। ਛੋਟੀ ਇੰਡਸਟਰੀ ਜਿਹਦੇ 'ਚ ਵੱਧ ਤੋਂ ਵੱਧ ਹੱਥਾਂ ਨੂੰ ਰੁਜ਼ਗਾਰ ਮਿਲੇ, ਉਹ ਨਾਲ ਇਹਦੇ ਲਾਗੂ ਹੋਊਗਾ। ਇਹ ਖੇਤੀ ਦੀ ਜਿਹੜੀ ਜ਼ਮੀਨ ਦੀ ਵੰਡ ਹੈ, ਇਹਦੇ ਨਾਲ ਕਿਸਾਨਾਂ ਦੀ ਖੇਤੀ ਦੀ ਹਾਲਤ ਸੁਧਰੂਗੀ, ਉਹਨਾਂ ਦੀ ਖਰੀਦ ਸ਼ਕਤੀ ਵਧੂਗੀ, ਉਹਦੇ ਨਾਲ ਨਵੀਆਂ ਫੈਕਟਰੀਆਂ ਚੱਲਣਗੀਆਂ। ਹੁਣ ਵਾਲੇ ਮਾਡਲ ਨੇ, ਇਹਨਾਂ ਨੇ ਜੇ ਗੱਲ ਕਰਨੀ ਹੋਵੇ, ਕੱਲੇ ਲੁਧਿਆਣੇ ਦੇ ਵਿੱਚੋਂ 28,000 ਛੋਟੀਆਂ ਫੈਕਟਰੀਆਂ ਬੰਦ ਕਰਤੀਆਂ, ਛੋਟੀ ਇੰਡਸਟਰੀ 28,000 ਦੀ ਗਿਣਤੀ, ਜਿਹੜਾ ਇੰਡਸਟਰੀ ਪ੍ਰਧਾਨ ਸ਼ਹਿਰ ਹੈ ਪੰਜਾਬ ਦਾ, 28,000 ਇੰਡਸਟਰੀ ਉਹਦੇ 'ਚੋਂ ਤਬਾਹ ਕਰਤੀ। ਇਹੀ ਪਿੰਡ ਪਿੰਡ ਇੰਡਸਟਰੀ ਚਲਾਉਣੀ ਹੋਵੇ, ਆ ਖੇਤੀ ਤੋਂ ਜਿੰਨੀਆਂ ਵੀ ਖਾਣ ਵਾਲੀਆਂ ਵਸਤਾਂ ਬਣਦੀਆਂ ਉਹ ਪਿੰਡਾਂ 'ਚ ਬਣਾਈਆਂ ਜਾ ਸਕਦੀਆਂ, ਬਹੁਤ ਵੱਡੀ ਪੱਧਰ ਤੇ ਰੁਜ਼ਗਾਰ ਮਿਲੂਗਾ। ਦੂਜੀ ਗੱਲ, ਸੂਦਖੋਰੀ ਦਾ ਕਿੱਤਾ ਜਿਹੜਾ, ਇਹ ਇੱਕ ਬਹੁਤ ਵੱਡੀ ਜੋਕ ਬਣ ਕੇ ਚੁੰਬੜਿਆ ਹੋਇਆ ਖੇਤੀ ਕਿੱਤੇ ਨੂੰ, ਕਿਸਾਨਾਂ ਨੂੰ। ਕਿਉਂਕਿ ਮੈਂ ਦੱਸ ਹਟਿਆ ਵੀ ਕਰਜ਼ੇ ਚੱਕਣੇ ਪੈਂਦੇ ਆ ਕਿਸਾਨਾਂ ਨੂੰ ਖੇਤੀ ਚਲਾਉਣ ਵਾਸਤੇ, ਕਬੀਲਦਾਰੀ ਚਲਾਉਣ ਵਾਸਤੇ ਵੀ, ਉਹਨਾਂ ਨੂੰ ਬਚਤ ਤਾਂ ਕੋਈ ਹੁੰਦੀ ਨਹੀਂ। ਉਹ ਕਰਜ਼ੇ ਜਿਹੜੇ ਛੋਟੇ ਕਿਸਾਨ ਹੈ, ਬੇਜ਼ਮੀਨੇ ਕਿਸਾਨ ਹੈ, ਉਹਨਾਂ ਨੂੰ ਸਿਰਫ 7% ਮਿਲਦੇ ਆ ਬੈਂਕਾਂ 'ਚੋਂ ਸਸਤੇ ਕਰਜ਼ੇ। ਬਾਕੀ 93% ਕਰਜ਼ੇ ਸੂਦਖੋਰਾਂ ਤੋਂ, ਸ਼ਾਹੂਕਾਰਾਂ ਤੋਂ ਲੈਣੇ ਪੈਂਦੇ ਆ, ਜਿਹੜੇ ਗਲ ਵੱਢਵਾਂ ਵਿਆਜ ਲਾਉਂਦੇ ਆ। 18% ਤੋਂ ਲੈ ਕੇ 36% ਤੱਕ ਸਾਲ ਦਾ ਵਿਆਜ ਲਾਉਂਦੇ ਆ। ਫਿਰ ਉਹ ਖਾਲੀ ਪਰੋ ਨੋਟ ਭਰਦੇ ਆ, ਖਾਲੀ ਤੇ ਦਸਖਤ ਕਰਾਉਂਦੇ ਆ, ਮਨਮਰਜ਼ੀ ਦੇ ਉਹਦੇ 'ਚ ਰਕਮਾਂ ਭਰਦੇ ਆ, ਖਾਲੀ ਚੈੱਕਾਂ ਤੇ ਦਸਖਤ ਕਰਾਉਂਦੇ ਆ। ਜੇ ਕੋਈ ਚੀਜ਼ ਖਰੀਦਣੀ ਬਾਜ਼ਾਰ 'ਚੋਂ, ਪਰਚੀ ਸਿਸਟਮ ਚੱਲਦਾ, ਜਿਹਦੇ ਨਾਲ ਉਹ ਦੁਕਾਨਦਾਰਾਂ ਤੋਂ ਕਮਿਸ਼ਨ ਲੈਂਦੇ ਆ। ਜਾਣੀ ਅੰਨੀ ਲੁੱਟ। ਤੇ ਬਹੁਤ ਮਾੜੀ ਗੱਲ ਸਿਰੇ ਦੀ ਇਹ ਆ ਬਈ ਉਹਨਾਂ ਦੀ ਆਮਦਨੀ ਦਾ ਕੋਈ ਹਿਸਾਬ ਕਿਤਾਬ ਨਹੀਂ,
कोई कानून नहीं उन्होंने आमदनी वास्ते, सूदखोरां शाहूखोरां की आमदनी वास्ते, जिहड़ा कि बरतानवी साम्राज वेले पगड़ी संभाल जट्टा लहर ने बनवा लिया सी, जनतक ताकत का हिक च गोडा दे के साम्राजी हुकूमत दे। पर इत्थे ये कानून भी नहीं बनाउण लगे, कानून भी नहीं बना रहे। इस करके उन्होंने सारी आमदन है जी वो इनकम टैक्स तो बिना, आमदनी टैक्स तो बिना, जिहदे च ਲੱਖਾਂ ਕਰੋੜ रुपया आमदनी टैक्स आ सकता है। इस तरह ही जिहड़ी साम्राजी लुੱਟ है ਉਹਦੇ ਨਾਲ जे ਉਹਨੂੰ खत्म किया जाए, ਜਿਹੜੇ पासे इशारा किया ਉਹ ਨਵੀਆਂ आर्थिक नीतियां, निजीकरण, ਵਪਾਰੀਕਰਨ, खुली मंडी, संसारीकरण, सारे दे सारे महकमे आ खेती भी सारी दी सारी संभालण लगे सी इन्हां कानूनां राहीं उन्हां कारपोरेटां नूं, साम्राजी कारपोरेटां नूं। ये नीतियां जिहड़ियां इदू बिना जिहड़ा कह दिंदे आ जदों असीं करजे माफ़ी की मंग करते हैं, करजा मुक्ति की मंग करते हैं भी खजाने 'च पैसा है नहीं, जदों असीं सस्तियां खेती लागतां की मंग करते हैं तो खजाने 'च पैसा है नहीं। पर पिछले 9 सालां दे विच 12.5 लाख करोड़ रुपया करजे माफ़ करते उन्हां कारपोरेटां दे सरकार ने, जिन्हों NPA कहंदे आ, नॉन परफॉर्मेंस एसेट्स। इस तरह जिहड़े सब तो चोटी दे अमीर आ भारत दे, उन्हां दी कुल जायदाद लगभग 45 लाख करोड़ रुपया बनती है, जिहदे ते जे 10% भी टैक्स ला लगे तो लगभग 4.5 लाख करोड़ रुपया आमदन टैक्स का, जायदाद टैक्स का उन्हां अमीरां कोलों वसूलिया जा सकता है, पर नहीं वसूलिया जा रहा। ये जिहड़ियां उन्हां नूं करजियां दीयां छोटां, इदू बिना ठगियां पिछले 5 सालां दे विच 2,05,000 करोड़ रुपये दीयां नीरव मोदी वर्गियां ने, इहदे चाचे दे पुत्त ने मोदी दे ने, वो इहो जिहियां ठगियां मारियां। ये जिहड़ा सरमाया देश दा इकट्ठा हुंदा साडे कोलों तुहाडे कोलों, जिहड़े आम किरती लोग है, सीखां वाली डब्बी तो लैके हर चीज़ ते टैक्स लगदा, वो टैक्स औसत हरेक परिवार नूं, वड्डे अमीर परिवारां नूं तां बहुत ज़्यादा टैक्स है, गरीब तो गरीब जिहड़ा कुछ भी नहीं खरीद सकदा, बहुत जरूरी चीज़ मसां खरीददा, उहनूं भी 28-30 रुपये रोज़ का टैक्स पै जांदा। वो टैक्स नाल जिहड़ा खजाना भरदा वो सारा इन्हां नूं कारपोरेटां नूं लुटाया जा रहा, वड्डे सरमाएदारां नूं लुटाया जा रहा है। इस तरह उन्हां दा विदेशी निवेश करवा के साडे इत्थों दे मजदूरां दी लुੱਟ करवाई जा रही है, किसानां दी लुੱਟ करवाई जा रही है, वो सारी बंद की जावे। जानिए 3 गल्लां मैं गिणीਆਂ, जागीरदारी का खात्मा जमीनां दी वंड नाल, जिहदे नाल वो 50-60 हज़ार एकड़ मगर टैक्स तारना पैंदा, जिहड़ा जागीरदारां दी जेब च जांदा, सरकार कोले नहीं जांदा, जागीरदारां दी जेब च जांदा। उहदे तो बच जाणगे किसान जे वो जमीन की वंड हो जाए। दूजा सूदखोरी, जिन्हां ने आ जिहड़े 4 लाख तो उत्ते सरकारी डाटा किसान खुदकुशियां करके कर्जियां थल्ले दब के, बहुतियां सूदखोरां दे पैरों होईयां, क्योंकि वो कुरकियां नीलामियां लियाउंदे आ कर्जियां दे बदले, वो समान चक के ले जाते आ, किसान का माल डंगर ले जाते आ। वो सारा कुछ बंद होऊगा जे ये घट्टो घट्ट कानून बन जाए, जिवें उदों बनया सी, अंग्रेज़ां वेले बनवाया सी, हिक च गोडा दे के 4% ब्याज, मूल नालों वध ब्याज नहीं लग सकता, कर्जे बदले कोई जमीन बै गहणे नहीं लई जा सकती। ये तिन्ने गल्लां हो जाण जिहड़ा असीं लागू कराउण वास्ते जी जान नाल जदों तो जथेबंदी बनी है उदों तो संघर्ष कर रहे हैं। वो तुहाडे नाल साडे अगले बुलारे साझीआं करनगे गल्लां भी ये लागू किवें होणगे ते किवें हुण तक जिन्ना क कुछ बचाया चूण पूण वो किवें बचाई है। धन्नवाद। अज दी इस प्रैस कानफ्रेंस पहुंचे सारी भैन भरा ते जिन्ने भी इस कानफ्रेंस नूं देख रहे है सुन रहे हैं उन्होंने सारिਆਂ ਦਾ छोटे समेत सारिਆਂ ਦਾ धन्नवाद। मेरे तो पहला मेरे 2 साथियों ने
कि जिहड़ा पार्लीमेंट दे विच जाके कोई किसी का भला हो जू उहदा उदाहरणां दित्तियां। ਉਹਦੇ ਮੁਕਾਬਲੇ ਸਾਡੇ ਲੋਕਾਂ ਦਾ, ਸਾਡੇ ਦੇਸ਼ ਦਾ ਭਲਾ ਕਿਵੇਂ ਹੋ ਸਕਦਾ ਹੈ, ਉਹ ਸਾਡੇ ਸੂਬੇ ਦੇ ਜਨ ਸਕੱਤਰ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੀਜਾ ਜਿਹੜਾ ਵਿਸ਼ਾ ਮੇਰਾ ਹੈ ਕਿ ਲੋਕਾਂ ਦਾ ਭਲਾ ਕਿੱਧਰ ਦੀ ਹੋਣਾ ਹੈ, ਕੀ ਉਹ ਵੋਟਾਂ ਰਾਹੀਂ ਭਲਾ ਹੋ ਸਕਦਾ ਹੈ। ਅਸੀਂ ਇਸ ਨੂੰ ਰੱਦ ਕੀਤਾ ਕਿ ਵੋਟਾਂ ਵਾਲਾ ਕੋਈ ਜਾ ਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਜਾ ਕੇ ਲੋਕਾਂ ਦਾ ਕੁਛ ਨਹੀਂ ਕੋਈ ਸੰਵਾਰ ਸਕਦਾ। ਸਾਡਾ ਪਿਛਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦਾ ਇਤਿਹਾਸ ਪਿਆ ਹੈ ਕਿ ਇਹ ਲੋਕਾਂ ਦਾ ਭਲਾ, ਲੋਕਾਂ ਦੇ ਏਕੇ ਤੇ ਥਵਾਕ ਤੇ ਸੰਘਰਸ਼ ਦੇ ਜ਼ੋਰ ਤੇ ਹੋਣਾ ਹੈ। ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਇਦੋਂ ਘੱਟੋ ਘੱਟ ਲਗਭਗ 20 ਸਾਲ ਪਿੱਛੇ, ਜਦੋਂ ਆੜ੍ਹਤੀਏ ਲੈਣ ਦੇਣ ਦੇ ਤਹਿਤ ਥਾਣਿਆਂ 'ਚ ਬੁਲਾ ਕੇ ਘੂਰ ਘੱਪ ਕਰਕੇ ਮਨਮਰਜ਼ੀ ਦੇ ਕਾਗਜ਼ਾਂ ਤੇ ਦਸਤਖਤ ਕਰਾਉਂਦੇ ਸੀ। ਇਹ ਸੰਘਰਸ਼ ਦੇ ਜ਼ੋਰ ਇਸ ਮੌਕੇ ਕਿਸੇ ਵੀ ਥਾਣੇ 'ਚ ਇਹ ਪਾਬੰਦੀ ਲੱਗੀ ਹੋਈ ਹੈ ਸਾਡੇ ਵੱਲੋਂ ਕਿ ਕੋਈ ਵੀ ਪੁਲਿਸ ਲੈਣ ਦੇਣ ਦੇ ਵਿੱਚ ਦਖਲ ਨਹੀਂ ਦੇ ਸਕਦੀ। ਆਏ ਵੱਡੀ ਪੱਧਰ ਤੇ ਕੁਰਕੀਆਂ ਹੁੰਦੀਆਂ ਸੀ। ਅਸੀਂ ਉਹ ਕਿਸੇ ਵੀ ਕਿਸਾਨ ਦੀ ਜਾਂ ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦਿੱਤੀ। ਉਹਦੇ ਤਹਿਤ ਅਸੀਂ ਇਹ ਗੱਲ ਦਾ ਦਾਅਵਾ ਕਰਦੇ ਹਾਂ ਕਿ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਉਹ ਅਸੀਂ ਬਚਾਈ ਹੈ ਲੋਕਾਂ ਦੀ, ਤੇ ਅਸੀਂ ਸੈਂਕੜੇ ਜਾਨਾਂ ਵੀ ਬਚਾਈਆਂ ਉਹ ਕੁਰਕੀ ਰਕਵਾ ਕੇ। ਇਹਦੇ ਨਾਲ ਹੀ ਅਸੀਂ ਜ਼ਮੀਨਾਂ ਦੇ ਮਸਲੇ ਤੇ ਲੜਾਈ ਲੜੀ ਹੈ। ਧੌਲੇ ਸੰਨਾਂ ਦੀ ਗੱਲ ਹੈ, ਚਾਹੇ ਗੋਬਿੰਦਪੁਰੇ ਦੀ ਗੱਲ ਹੈ, ਜਦੋਂ ਪੂਰੇ ਪੰਜਾਬ ਦੇ ਵਿੱਚ ਧੌਲੇ ਸੰਨਾਂ ਵੇਲੇ ਹੋ ਗਿਆ ਸੀ ਕਿ ਥਾਂ ਥਾਂ ਤੇ ਜ਼ਮੀਨ ਕੁਵੈਰ ਹੋ ਰਹੀ ਹੈ ਧੱਕੇ ਦੇ ਜ਼ੋਰ ਤੇ। ਉਹ ਧੱਕੇ ਦੇ ਜ਼ੋਰ ਤੇ ਜਿਹੜੀ ਜ਼ਮੀਨ ਕੁਵੈਰ ਹੁੰਦੀ ਸੀ ਉਹ ਰੋਕੀ ਹੈ, ਤੇ ਗੋਬਿੰਦਪੁਰੇ ਦੇ ਵਿੱਚ ਜਿਨ੍ਹਾਂ ਕਿਸਾਨਾਂ ਨੇ ਚੈੱਕ ਨਹੀਂ ਚੱਕੇ ਸੀ ਉਹ ਜ਼ਮੀਨ ਵਾਪਸ ਕਰਾਈ ਹੈ। ਉਸ ਪਿੰਡ ਦੇ ਜਿਹੜੇ ਮਜ਼ਦੂਰ ਸੀ ਕਿ ਜਿਨ੍ਹਾਂ ਨੇ ਚੈੱਕ ਚੱਕ ਲਈ, ਉਹਦੇ 'ਚ ਮਜ਼ਦੂਰਾਂ ਦਾ ਰੁਜ਼ਗਾਰ ਵੀ ਗਿਆ। ਪ੍ਰਤੀ ਪਰਿਵਾਰ ਅਸੀਂ 3 ਲੱਖ ਰੁਪਈਆ ਮਜ਼ਦੂਰਾਂ ਨੂੰ ਦਵਾਇਆ ਹੈ ਗੋਬਿੰਦਪੁਰੇ ਪਿੰਡ ਦੇ ਵਿੱਚ। ਇਸ ਕਿਸਮ ਦੀਆਂ ਕਿੰਨੀਆਂ ਲੜਾਈਆਂ ਅਸੀਂ ਗਿਣ ਸਕਦੇ ਹਾਂ ਕਿ ਜੇ ਅਸੀਂ ਕੁਝ ਬਚਾਇਆ, ਜੇ ਅਸੀਂ ਕੁਝ ਪ੍ਰਾਪਤ ਕੀਤਾ ਹੈ, ਉਹ ਏਕੇ ਦੇ ਸੰਘਰਸ਼ ਦੇ ਜ਼ੋਰ ਤੇ ਕੀਤਾ ਹੈ। ਜੇ ਹੁਣ ਇਹ 3 ਕਾਲੇ ਕਾਨੂੰਨ ਬਣਾ ਕੇ ਜਿਹੜਾ ਸੈਂਟਰ ਸਰਕਾਰ ਨੇ ਜ਼ਮੀਨ ਤੇ ਹਮਲਾ ਵਿੱਢਿਆ ਸੀ, ਉਹਨੂੰ ਵੀ ਅਸੀਂ ਲੋਕਾਂ ਦੇ ਏਕੇ ਤੇ ਥਵਾਕ ਦੇ ਜ਼ੋਰ ਉਹ ਕਾਨੂੰਨ ਵਾਪਸ ਕਰਾ ਸਕੇ ਹਾਂ। ਤੇ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ 'ਚ ਆਇਆ, ਪਹਿਲਾਂ 5 ਲੱਖ ਕੁਰਸੀਆਂ ਦੀ ਗੱਲ ਸੀ, ਫਿਰ 80,000 ਦੀ ਆ ਗਈ। ਉਹ ਕਿੰਨੀਆਂ ਕੁਰਸੀਆਂ ਲਾਈਆਂ ਸਾਨੂੰ ਨਹੀਂ ਪਤਾ, ਤੇ 700 ਤੋਂ ਵੱਧ ਉੱਥੇ ਗਿਣਤੀ ਨਹੀਂ ਹੋਈ। ਤੇ ਕਿਹਾ ਇਹ ਗਿਆ ਕਿ ਪ੍ਰਧਾਨ ਮੰਤਰੀ ਦਾ ਰਸਤਾ ਰੋਕ ਲਿਆ। ਉਹਨੇ ਕਿਹਾ ਧੰਨਵਾਦ ਕੀਤਾ ਮੁੱਖ ਮੰਤਰੀ ਦਾ, ਮੇਰੀ ਜਿਹੜੀ ਜਾਨ ਆ ਉਹ ਬਚ ਕੇ ਆ ਗਈ ਹੈ। ਜਿਹਦਾ ਮਤਲਬ ਪੰਜਾਬ ਦੇ ਲੋਕਾਂ ਦੇ ਖਿਲਾਫ ਦੂਜੇ ਜਿਹੜੇ ਧਰਮ ਵਾਲੇ ਹੈ, ਸਟੇਟਾਂ ਵਾਲੇ ਹੈ, ਉਹਨਾਂ ਦਾ ਰੋਸ ਗੁੱਸਾ ਪੰਜਾਬ ਸਿਰ ਲਿਆਉਣਾ ਹੈ। ਤੇ ਇਹ ਤਰਸ ਦਾ ਪਾਤਰ ਬਣ ਕੇ, ਜਿਵੇਂ ਯੂਪੀ ਹੈ ਜਾਂ ਹੋਰ ਸਟੇਟਾਂ 'ਚ ਚੋਣਾਂ ਹੋ ਰਹੀਆਂ, ਇਹ ਪੱਤਾ ਖੇਡ ਕੇ ਉਹ ਜਿਹੜੀ ਉਹ ਕੁਰਸੀ ਹਾਸਲ ਕਰਨੇ ਚਾਹੁੰਦੀ ਹੈ ਕਿ ਜਦੋਂ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਪਤਾ ਹੈ ਕਿ ਜੇ ਉੱਥੇ ਨਾਅਰੇ ਲੱਗੇ ਆ ਤਾਂ ਉਹਦੇ ਜਿੰਦਾਬਾਦ ਦੇ, ਮੋਦੀ ਦੇ ਜਿੰਦਾਬਾਦ ਦੇ ਨਾਅਰੇ ਲੱਗੇ ਆ, ਕਿਉਂਕਿ ਉਹਦੇ ਸਪੋਰਟਰ ਹੀ ਉੱਥੇ ਸੀਗੇ, ਹੋਰ ਉੱਥੇ ਕੋਈ ਹੈ ਨਹੀਂ ਸੀ। ਇਹਨਾਂ ਚੋਣਾਂ ਦੇ ਵਿੱਚ ਅਸੀਂ ਐ ਨਹੀਂ ਹੈਗਾ ਵੀ ਚੋਣਾਂ ਆ ਗਈਆਂ, ਜੇ ਸਾਡੇ ਬੁਲਾਰਿਆਂ ਨੇ ਕਿਹਾ ਵੀ ਅਸੀਂ ਨਾ ਕਿਸੇ ਦੀ ਸਪੋਰਟ ਕਰਦੇ ਹਾਂ, ਨਾ ਅਸੀਂ ਆਪ ਖੜੇ ਹੁੰਦੇ ਹਾਂ, ਕੀ ਫਿਰ ਅਸੀਂ ਚੋਣਾਂ ਦੇ ਦੌਰਾਨ ਕੋਈ ਵਿਹਲੇ ਬਹਿਨੇ ਆ? ਨਹੀਂ, ਆਏ ਚੋਣਾਂ ਦੇ ਵਿੱਚ ਜਿੰਨਾ ਅਸੀਂ ਜ਼ੋਰ ਐਜੀਟੇਸ਼ਨ ਵੇਲੇ, ਲੜਨ ਵੇਲੇ ਲਾਉਣੇ ਆ,
ਉਦੋਂ ਵੀ ਵੱਧ ਜ਼ੋਰ ਅਸੀਂ ਚੋਣਾਂ ਮੌਕੇ ਲਾਉਣੇ ਆ, ਲੋਕਾਂ ਨੂੰ ਇਹ ਗੱਲ ਸਮਝਾਉਣ ਦੇ ਲਈ ਕਿ ਜੇ ਤੁਹਾਡਾ ਕੁਝ ਬਣਨਾ ਹੈ, ਤੁਹਾਡੇ ਏਕੇ ਤੇ ਥਵਾਕ ਨਾ ਬਣਨਾ ਹੈ। ਇਹ ਜਿਹੜੀਆਂ ਚੋਣਾਂ ਹੈ, ਇਹ ਸਾਡੇ ਲੋਕਾਂ ਤੇ ਹਮਲਾ ਹੈ। ਸਾਡੇ ਲੋਕਾਂ ਨੂੰ ਪਾੜਦੀਆਂ ਤਰ੍ਹਾਂ ਤਰ੍ਹਾਂ ਦੇ ਨਾਲ, ਧਰਮਾਂ ਦੇ ਆਧਾਰ ਤੇ ਪਾੜਦੀਆਂ, ਜਾਤਾਂ ਦੇ ਆਧਾਰ ਤੇ ਪਾੜਦੀਆਂ, ਇਲਾਕਿਆਂ ਦੇ ਆਧਾਰ ਤੇ ਪਾੜਦੀਆਂ। ਇਹੋ ਜਿਹੀਆਂ ਕੋਈ ਚੋਣਾਂ ਨਹੀਂ ਹੋਣੀਆਂ ਜਦੋਂ ਦੀਆਂ ਹੋਣ ਲੱਗੀਆਂ ਕਿ ਕੋਈ ਚੋਣਾਂ ਇੰਨੇ ਸੁੱਖ ਸਾਂਦ ਨਾਲ ਸਿਰੇ ਚੜ੍ਹ ਗਈਆਂ ਹੋਣ ਜਿਹਦੇ 'ਚ ਕੋਈ ਲੜਾਈ ਝਗੜਾ ਜਾਂ ਕਤਲੇਆਮ ਨਾ ਹੋਇਆ ਹੋਵੇ। ਕਿਸੇ 'ਚ ਬਹੁਤ ਜ਼ਿਆਦਾ ਹੋਇਆ, ਕਿਸੇ 'ਚ ਘੱਟ ਹੋਇਆ। ਤੇ ਜਦੋਂ ਕਿਤੇ ਪੰਚਾਇਤੀ ਚੋਣਾਂ ਹੁੰਦੀਆਂ ਉਹ ਤਾਂ ਪਿੰਡਾਂ 'ਚ ਲੀਖ ਨਿਕਲਦੀ ਆ, ਕਿਸੇ ਜਿੱਤਿਆ ਸਰਪੰਚ, ਇੱਕ ਹਰਿਆ ਸਰਪੰਚ। ਏਡਾ ਵੱਡਾ ਸਾਡੇ ਤੇ ਹਮਲਾ ਲੋਕਾਂ ਦੇ ਏਕੇ ਤੇ ਥਵਾਕ ਨੂੰ ਪਾੜਨ ਦਾ। ਤੇ ਇਹਨਾਂ ਚੋਣਾਂ ਦੇ ਮੌਕੇ ਅਸੀਂ ਲੋਕਾਂ ਨੂੰ ਇਹ ਗੱਲ ਸਮਝਾਉਨੇ ਆ ਕਿ ਠੀਕ ਹੈ, ਤੁਹਾਡੀ ਮਰਜ਼ੀ ਹੈ, ਵੋਟ ਜਿਹਨੂੰ ਮਰਜ਼ੀ ਪਾ ਲਓ। ਆ ਜਿਹੜੀ ਇੱਕ ਦੂਜੇ ਦੇ ਪ੍ਰਤੀ ਲੜਾਈ ਹੋਣੀ ਹੈ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਕਈ ਵਾਰ ਤਾਂ ਇੱਕ ਪਰਿਵਾਰ 'ਚ ਲੜਾਈ ਹੋ ਜਾਂਦੀ ਹੈ ਕਿ ਫਲਾਨਾ ਜਿੱਤੂ, ਕੌਣ ਜਿੱਤੂ, ਮੇਰੇ ਨਾਲ ਸ਼ਰਤਾਂ ਲਾ ਲਓ। ਸ਼ਰਤਾਂ ਲੱਗਦੀਆਂ। ਇਹਦੇ ਨਾਲ ਜਦੋਂ ਅਸੀਂ ਚੋਣਾਂ 'ਚ ਮੁਹਿੰਮ ਲਿਜਾਂਦੇ ਆ, ਕੱਲੀ ਅਸੀਂ ਮੁਹਿੰਮ ਹੀ ਨਹੀਂ ਲਿਜਾਂਦੇ ਕਿ ਕਿਸਾਨਾਂ ਦਾ ਕਿਵੇਂ ਮਸਲਾ ਸੂਤਾ ਹੋਊਗਾ। ਅਸੀਂ ਮੁਹਿੰਮ ਇਹ ਲਿਜਾਂਦੇ ਆ ਕਿ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਹਮਲਾ ਉਹ ਇਕੱਲੇ ਕਿਸਾਨਾਂ ਤੇ ਨਹੀਂ, ਉਸੇ ਦਾ ਸਿੱਟਾ ਬੇਰੁਜ਼ਗਾਰੀ ਹੈ, ਉਸੇ ਦਾ ਸਿੱਟਾ ਮਹਿੰਗਾਈ ਹੈ, ਵੱਡੀ ਪੱਧਰ ਤੇ ਬੇਰੁਜ਼ਗਾਰੀ ਹੈ। ਕੁੱਲ ਜਿਹੜੇ ਤਬਕੇ ਹੈ ਉਹ ਇਹ ਨਵੀਆਂ ਆਰਥਿਕ ਨੀਤੀਆਂ ਦੀ ਮਾਰ ਚੱਲ ਰਹੇ ਹੈ। ਤੇ ਸਾਡਾ ਬਹੁਤ ਜ਼ੋਰ ਹੁੰਦਾ ਹੈ ਚੋਣਾਂ ਦੇ ਮੌਕੇ ਕਿ ਅਸੀਂ ਸਾਰਿਆਂ ਨੂੰ ਇੱਕ ਥਾਂ ਇਕੱਠੇ ਕਰਕੇ ਕਿ ਸਾਡਾ ਮਸਲਾ ਸਾਂਝਾ ਬਣਦਾ ਹੈ। ਸਾਡਾ ਜਿਹੜਾ ਨੀਤੀਆਂ ਲਾਗੂ ਕਰਨ ਵਾਲਾ ਸਾਮਰਾਜ ਹੈ ਜਾਂ ਇੱਥੋਂ ਦੀ ਸੈਂਟਰ ਦੀ ਸਰਕਾਰ ਹੈ, ਉਹ ਵੀ ਸਾਡੀ ਸਾਂਝੀ ਦੁਸ਼ਮਣ ਬਣਦੀ ਹੈ। ਆਏ ਵਾਰ ਅਸੀਂ ਮੁਹਿੰਮ ਲਿਜਾਂਦੇ ਆ। ਪਿਛਲੀਆਂ ਚੋਣਾਂ 'ਚ ਵੀ ਅਸੀਂ ਕਮੇਟੀ ਬਣਾਈ, ਵਿਅਕਤੀਆਂ ਦੇ ਆਧਾਰ ਤੇ ਸਮਾਜ ਬਦਲੋ, ਰਾਜ ਬਦਲੋ। ਜਦੋਂ ਚੋਣਾਂ ਨਾਲ ਕੋਈ ਬਦਲਣ ਦੀ ਗੱਲ ਕਹਿੰਦੇ ਆ, ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਿਹਾ, ਸਾਨੂੰ ਨਹੀਂ ਲੱਗਦਾ ਕਿਸੇ ਥਾਂ ਤੇ ਵੀ ਉਹਨੇ ਵੋਟਾਂ 'ਚ ਖੜਾ ਹੋਇਆ। ਜੇਤਲੀ ਸਾਹਿਬ ਅੰਮ੍ਰਿਤਸਰ ਤੋਂ ਹਰਾਤੇ ਤੇ ਚੱਕਿਆ ਨੂੰ ਸੈਂਟਰ ਦਾ ਖਜ਼ਾਨਾ ਸੰਭਾਤਾ। ਜਦੀ ਇਸ ਕਿਸਮ ਦੀਆਂ ਚੋਰ ਮੋਰੀਆਂ ਰੱਖੀਆਂ। ਲੋਕਾਂ ਨੂੰ ਤਾਂ ਸਿਰਫ ਰਿਵਾਜ ਦੇ ਤੌਰ ਤੇ ਇਹ ਵੋਟਾਂ ਪਾਈਆਂ ਜਾਂਦੀਆਂ। ਜਿੰਨੇ ਇਹ ਵੋਟਾਂ ਲੜਨ ਵਾਲੇ ਹੈ, ਇਹਨਾਂ ਦਾ ਆਪਸ ਵਿੱਚ ਬਹੁਤ ਗੰਭੀਰ ਰੌਲਾ ਹੈ। ਚਾਹੇ ਉਹ ਸਟੇਟ ਦੀ ਗੱਦੀ ਹੈ, ਚਾਹੇ ਸੈਂਟਰ ਦੀ ਗੱਦੀ ਹੈ, ਉਹ ਤੇ ਕਾਬਜ਼ ਕੌਣ ਹੋਵੇ। ਜਦੋਂ ਇਹਨਾਂ ਨੇ ਆਪ ਦਾ ਜਿਹੜਾ ਰੌਲਾ ਹੈ, ਉਸ ਰੌਲੇ ਨੂੰ ਚੋਣਾਂ ਦੇ ਰਾਹੀਂ ਹੱਲ ਕਰ ਲਿਆ। ਤੇ ਲੋਕ ਚੋਣਾਂ ਦੇ ਰਾਹੀਂ ਲਤੜਦੇ ਆ, ਫੁੱਟ ਪੈਂਦੀ ਹੈ ਧਰਮਾਂ ਜਾਤਾਂ ਦੇ ਆਧਾਰ ਤੇ, ਇਲਾਕਿਆਂ ਦੇ ਆਧਾਰ ਤੇ। ਇਸ ਕਰਕੇ ਅਸੀਂ ਸਾਡੇ ਮਾਧਿਅਮ ਰਾਹੀਂ ਅੱਜ ਦੀ ਕਾਨਫਰੰਸ ਦੇ ਰਾਹੀਂ ਕੁੱਲ ਜਿੰਨੇ ਸਰੋਤੇ ਸੁਣ ਰਹੇ ਹੈ, ਉਹਨਾਂ ਨੂੰ ਬਹੁਤ ਜ਼ੋਰਦਾਰ ਅਪੀਲ ਕਰਨੀ ਚਾਹੁੰਦੇ ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਕਿ ਸਾਡੀ ਮੁਕਤੀ ਦਾ ਰਾਹ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ, ਏਕੇ ਤੇ ਇਤਫਾਕ ਤੋਂ ਬਿਨਾਂ ਕੋਈ ਰਾਹ ਨਹੀਂ। ਸਾਰੇ ਲੋਕ ਸੰਘਰਸ਼ ਕਰਨ, ਏਕੇ ਤੇ ਇਤਫਾਕ ਕਰਨ। ਫਿਰ ਜਿਹੜੀਆਂ ਬਦਲ ਅਸੀਂ ਕਿਹਾ ਕਿ ਬਦਲ ਇਹਨਾਂ ਕਾਰਪੋਰੇਟ ਜਿਹੜੀਆਂ ਨੀਤੀਆਂ ਉਹਨਾਂ ਦੇ ਮੁਕਾਬਲੇ ਕਿ ਇਹ ਜ਼ਮੀਨ ਕਿਵੇਂ ਵੰਡੀ ਜਾ ਸਕਦੀ ਹੈ, ਕੁੱਲ ਰੁਜ਼ਗਾਰ ਕਿਵੇਂ ਮਿਲ ਸਕਦਾ ਹੈ, ਇਲਾਜ ਦਾ ਪ੍ਰਬੰਧ ਕਿਵੇਂ ਹੋ ਸਕਦਾ ਹੈ, ਵਿੱਦਿਆ ਦਾ ਪ੍ਰਬੰਧ ਕਿਵੇਂ ਹੋ ਸਕਦਾ ਹੈ। ਹੁਣ ਵੀ ਜਿਹੜਾ ਭਾਰਤ ਨੂੰ ਸਿਉਣ ਦੀ ਚਿੜੀ ਕਹਿੰਦੇ ਸੀ, ਅਸੀਂ ਕਹਿੰਦੇ ਫੰਗ ਫੁੰਗ ਦਾ ਮਾਵੇਂ ਪੱਟ ਕੇ ਲੈ ਗਏ, ਹਜੇ ਵੀ ਚਿੜੀ ਬਚੀ ਹੋਈ ਹੈ। ਜੇ ਲੋਕ ਥਵਾ ਕਰਕੇ ਇਹਨਾਂ ਨੀਤੀਆਂ ਨੂੰ ਪਿੱਛੇ ਮੋੜ ਦੇਣ ਜਿਵੇਂ ਕਾਲੇ ਕਾਨੂੰਨਾਂ ਨੂੰ ਮੋੜਿਆ, ਇਸੇ ਆਸ ਨਾਲ ਤੁਹਾਡਾ ਸਾਰਿਆਂ ਦਾ ਸਮੇਤ ਸਰੋਤਿਆਂ ਦਾ ਧੰਨਵਾਦ। ਕੋਕਰੀ ਸਾਹਿਬ, ਤੁਸੀਂ ਹੁਣ ਖਰੜਾ ਦਿੱਤਾ ਇੱਕ, ਤੁਸੀਂ ਖਰੜਾ ਹੁਣ ਦਿੱਤਾ, ਇਹ ਆਪਣੇ ਸਾਥੀ ਜਿਹੜੇ ਸਮਾਜ ਮੋਰਚਾ ਬਣਾਇਆ ਉਹਨਾਂ ਨੂੰ ਵੀ ਦਿੱਤਾ, ਤੁਸੀਂ ਸਾਰਿਆਂ ਨੂੰ ਦੇਵਾਂਗੇ। ਗੱਲਬਾਤ ਹੋਈ ਉਹਨਾਂ ਨਾਲ? ਇਹ ਸਾਰਿਆਂ ਨੂੰ ਵੰਡਣਾ ਹੈ, ਅਜੇ ਵੰਡਿਆ ਨਹੀਂ, ਵੰਡਣਾ ਹੈ, ਬਾਅਦ ਵੰਡਾਂਗੇ। ਪ੍ਰੈਸ ਕਾਨਫਰੰਸ ਹੋਊਗੀ ਉਹਦੇ ਬਾਅਦ ਦੇਣਾ। ਤੁਸੀਂ ਕਹਿ ਰਹੇ ਹੋ ਕਿ ਦਬਾਅ 'ਚ ਕੰਮ ਕੀਤਾ ਜਾ ਰਿਹਾ, ਲੋਕ ਸਭਾ, ਵਿਧਾਨ ਸਭਾ, ਰਾਜ ਸਭਾ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਉੱਥੇ ਚੰਗੇ ਬੰਦੇ ਜਾਣਗੇ ਤਾਂ ਉਹ ਦਬਾਅ ਨਹੀਂ ਮੰਨਣਗੇ? ਤੁਸੀਂ ਜਿਸ ਸਿਸਟਮ ਦਾ ਬਾਈਕਾਟ ਕਰ ਰਹੇ ਹੋ ਉਸੇ ਸਿਸਟਮ ਦੇ ਤਹਿਤ ਪੂਰਾ ਦੇਸ਼ ਚੱਲਣਾ।
ਉਸੇ ਸਿਸਟਮ ਦੇ ਵਿੱਚ ਪਹੁੰਚਣ ਦੀ ਖਾਤਰ ਜਿਹੜਾ ਤਰੀਕਾਕਾਰ ਹੈ ਉਹ ਤਰੀਕਾਕਾਰ ਵੀ ਲੋਕ ਰਾਜੀ ਨਹੀਂ ਹੈ। ਦੂਜੀ ਗੱਲ, ਉੱਥੇ ਤੁਸੀਂ ਪਹੁੰਚ ਜਾਓਗੇ, ਮੈਂ ਤੁਹਾਨੂੰ ਪਹਿਲਾਂ ਅਰਜ਼ ਕਰਕੇ ਹਟਿਆ ਵੀ ਜਿਹੜੀਆਂ ਨੀਤੀਆਂ ਸਾਡਾ ਨੁਕਸਾਨ ਕਰ ਰਹੀਆਂ ਨੇ ਇਹ ਪਾਰਲੀਮੈਂਟ ਦੇ ਵਿੱਚ ਨਹੀਂ ਕਦੇ ਵੀ ਬਣੀਆਂ। ਇਹ ਵਿਦੇਸ਼ੀ ਤਾਕਤਾਂ ਨੇ, ਜਿਹੜੇ ਸਾਮਰਾਜੀ ਦੇਸ਼ ਨੇ, ਜਿਹੜੇ ਸਾਡੇ ਦੇਸ਼ ਤੇ ਠੋਸਦੇ ਨੇ ਤੇ ਸਾਡੇ ਹਾਕਮ ਉਹਨਾਂ ਨੂੰ ਪ੍ਰਵਾਨ ਕਰਦੇ, ਉਹ ਉਹਨਾਂ ਦੀਆਂ ਨੀਤੀਆਂ ਪ੍ਰਵਾਨ ਕਰਕੇ ਹੇਠਾਂ ਰਾਜਾਂ 'ਚ ਲਾਗੂ ਹੁੰਦੀਆਂ ਨੇ। ਇਹਦੇ ਨਾਲ ਹੀ ਬੇਰੁਜ਼ਗਾਰੀ ਹੈ, ਇਹਦੇ ਨਾਲ ਹੀ ਪਬਲਿਕ ਸੈਕਟਰ ਨੂੰ ਵੇਚਣ ਦੀ ਗੱਲ। ਸਰ ਇਹੀ ਹੈ ਨਾ ਕਿ ਤੁਸੀਂ ਕਹਿ ਰਹੇ ਹੋ ਉਹ ਲੋਕ ਬਾਹਰ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੇ ਆ ਦੇਸ਼ ਦੇ ਵਿੱਚ, ਜਿਹੜੀ ਗੱਲ ਤੁਸੀਂ ਮੰਨ ਲੈਂਦੇ, ਜੇਕਰ ਉੱਥੇ ਬੰਦੇ ਉਹ ਬੈਠੇ ਹੋਣਗੇ ਜਿਹੜੇ ਉਹ ਨੀਤੀਆਂ ਨੂੰ ਨਾ ਮੰਨਣ, ਤਾਂ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਉਸ ਪਾਰਲੀਮੈਂਟ ਸਿਸਟਮ 'ਚ ਹਿੱਸਾ ਲੈਣਾ ਚਾਹੀਦਾ? ਤੁਸੀਂ ਉੱਥੇ ਬੈਠੇ ਹੋ ਤਾਂ ਤੁਸੀਂ ਉਹ ਦਬਾਅ ਨਹੀਂ ਮੰਨੋਗੇ? ਦੇਖੋ, ਪਾਰਲੀਮੈਂਟ ਦੇ ਵਿੱਚ ਕੋਈ ਜਾਵੜੇ ਜੋ ਸਿਸਟਮ ਪ੍ਰਬੰਧ ਚੱਲ ਰਿਹਾ ਕੁੱਲ ਦੁਨੀਆ ਦਾ, ਉਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ, ਇਰਾਕ ਦੇ ਸਦਾਮ ਹੁਸੈਨ ਨੇ ਇਸ ਗੱਲ ਤੋਂ ਜਵਾਬ ਦਿੱਤਾ ਕਿ ਸਾਡੇ ਜਿਹੜੇ ਤੇਲ ਦੇ ਖੂਹ ਹੈ, ਪ੍ਰਬੰਧ ਹੈ, ਅਸੀਂ ਇਹ ਕੌਮੀ ਰੱਖਣੇ ਹੈ। ਜਣਦੀ ਉੱਥੇ ਇਹ ਬਹਾਨਾ ਬਣਾ ਕੇ ਕਿ ਤੁਹਾਡੇ ਪਰਮਾਣੂ ਬੰਬ ਹੈ, ਉਹਨੇ ਕਿਹਾ ਵੀ ਸਾਡੇ ਕੋਈ ਪਰਮਾਣੂ ਬੰਬ ਨਹੀਂ, ਤੁਸੀਂ ਤਲਾਸ਼ੀ ਲੈ ਸਕਦੇ ਹੋ। ਜਦੋਂ ਉਹ ਨੀਤੀਆਂ ਉਹਨਾਂ ਦੇ ਮੁਤਾਬਕ ਨਹੀਂ ਲਾਗੂ ਕੀਤੀਆਂ, ਇਰਾਨ ਤੇ ਜਾ ਕੇ ਕਬਜ਼ਾ ਕੀਤਾ, ਸਦਾਮ ਸਾਹਿਬ ਨੂੰ ਕਤਲੇਆਮ ਕੀਤਾ। ਆਹ ਕੁਛ ਕਰਦੇ ਆ ਸਾਮਰਾਜੀ ਦੇਸ਼। ਹੱਲ ਕੀ ਨਜ਼ਰ ਆਉਂਦਾ? ਹੱਲ ਕੀ ਦੇਖਦੇ ਹੋ? ਕਿਸ ਤਰੀਕੇ ਨਾਲ ਹੱਲ ਹੈ? ਹੱਲ ਅਸੀਂ ਬਹੁਤ ਜ਼ੋਰ ਨਾਲ ਦੱਸਿਆ ਸਾਨੂੰ। ਕੱਲਾ ਵਿਰੋਧ ਦਾ ਤਰੀਕੇ ਹੱਲ ਨਜ਼ਰ ਨਹੀਂ ਵਿਰੋਧ ਦਾ ਨਹੀਂ। ਦੇਖੋ, ਜਿੱਥੇ ਕੋਈ ਲੋਕ ਏਕਾਤਵਾਰ ਕਰਦੇ ਆ, ਜੇ ਅੰਗਰੇਜ਼ ਇੱਥੋਂ ਗਏ, ਲੋਕ ਇੱਥੋਂ ਤੱਕ ਤਿਆਰ ਹੋ ਗਏ ਕਿ ਅਸੀਂ ਰਹੀਏ ਨਾ ਰਹੀਏ, ਅੰਗਰੇਜ਼ ਨਹੀਂ ਰਹਿਣ ਦੇਣੇ। ਜ਼ਿਲ੍ਹਿਆਂ ਵਾਲੇ ਬਾਗ 'ਚ ਕਿੱਡਾ ਕੁਛ ਰਚਾਇਆ ਸੀ ਉਹਨਾਂ ਨੇ, ਜਿੰਦੀ ਸਿਰੇ ਦੀ ਲੋਕਾਂ ਤੇ ਜ਼ਬਰ ਕੀਤਾ, ਪਰ ਲੋਕ ਮਾਨਸਿਕ ਤੌਰ ਤੇ ਇੱਥੋਂ ਤਿਆਰ ਹੋ ਗਏ। ਹੁਣ ਮੋਦੀ ਸਾਹਿਬ ਨੇ ਕਿਹੜਾ ਪਿੱਛੇ ਮੁੜਨਾ ਸੀ? ਪੰਜਾਬ ਚੋਂ ਘੋਲ ਸ਼ੁਰੂ ਹੋ ਕੇ ਦੇਸ਼ 'ਚ ਗਿਆ, ਪੂਰੇ ਵਿਦੇਸ਼ ਦੇ ਲੋਕਾਂ ਦੀ ਸਪੋਰਟ ਮਿਲੀ, ਤੇ ਜਿਹੜਾ ਯੂਪੀ ਦੇ ਰਾਹੀਂ ਹੋ ਕੇ ਸੈਂਟਰ ਸਰਕਾਰ ਬਣਦੀ ਹੈ, ਯੂਪੀ ਖਿਸਕਦੀ ਦਿਸੀ। ਉਸ ਤੋਂ ਬਾਅਦ ਮੋਦੀ ਸਾਹਿਬ ਨੂੰ ਪਿੱਛੇ ਹਟਣਾ ਪਿਆ, ਜਿਹਨੂੰ ਕਹਿੰਦੇ ਸੀ ਇੱਕ ਕਦਮ ਪਿੱਛੇ ਹਟਿਆ, 2 ਕਦਮ ਫੇਰ ਗਾਹਾਂ ਵਧਾਂਗੇ। ਤੁਸੀਂ ਵੇਰਵਾ ਦਿੱਤਾ ਬਹੁਤ ਵੱਡਾ ਇੱਥੇ, ਲੇਕਿਨ 24 ਕਿਸਾਨ ਜਥੇਬੰਦੀਆਂ ਜਿਹੜੀਆਂ ਚੋਣ ਲੜ ਰਹੀਆਂ ਨੇ, ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ। ਤੁਸੀਂ ਕਹਿ ਰਹੇ ਹੋ ਕਿ ਇਕੱਲਾ ਵਿਰੋਧ ਹੈ, ਉਸੇ ਨਾਲ ਸਿਸਟਮ ਬਦਲਿਆ ਜਾ ਸਕਦਾ ਹੈ। ਉਹ ਕਹਿੰਦੇ 11 ਮਹੀਨੇ 12 ਮਹੀਨੇ ਬਹਿ ਕੇ ਵੇਖ ਲਿਆ, 750 ਤੋਂ ਵੱਧ ਸ਼ਹੀਦੀਆਂ ਹੋ ਗਈਆਂ, ਲੇਕਿਨ ਬਾਅਦ ਦੇ ਵਿੱਚ ਸਰਕਾਰ ਜਾਗੀ ਹੈ। ਜੇਕਰ ਅਸੀਂ ਸਰਕਾਰ ਦਾ ਹਿੱਸਾ ਹੋਵਾਂਗੇ ਜਾਂ ਸਿਸਟਮ ਦੇ ਵਿੱਚ ਹੋਵਾਂਗੇ, ਤੇ ਉਨ ਪਾਲਿਸੀਆਂ ਦੀ ਖਿਲਾਫਤ ਸਿਸਟਮ ਦੇ ਵਿੱਚ ਰਹਿ ਕੇ ਕਰਾਂਗੇ ਜਿਹੜੀ ਕਿਸਾਨ ਮਾਰੂ ਹੋਣਗੀਆਂ, ਜਿਹੜੀ ਸਮਾਜ ਮਾਰੂ ਹੋਣਗੀਆਂ। ਤੁਸੀਂ ਕਿੱਦਾਂ ਇਸ ਨੂੰ ਦੇਖਦੇ ਹੋ? ਦੇਖੋ, ਇੱਕ ਤਜਰਬਾ ਹੈ, ਇੱਕ ਗੱਲ ਕੀਤੀ ਹੈ ਵੀ ਸਿਸਟਮ ਸੁਧਾਰਨਾ ਹੈ ਤਾਂ ਕਿਵੇਂ ਸੁਧਾਰਨਾ। ਇਹਦਾ ਇਹ ਨਹੀਂ ਵੀ ਇੱਕੋ ਹੀ ਰਾਹ ਹੈ, ਕਿਸੇ ਨੇ ਕੋਈ ਰਾਹ ਚੁਣ ਲਿਆ, ਕਿਸੇ ਨੇ ਕੋਈ ਰਾਹ ਚੁਣ ਲਿਆ। ਕਿਸੇ ਨੂੰ ਇਹ ਲੱਗਦਾ ਹੈ ਵੀ ਅਸੀਂ ਸਿਸਟਮ ਦੇ ਵਿੱਚ ਜਾ ਕੇ ਸਿਸਟਮ ਨੂੰ ਸੁਧਾਰ ਸਕਦੇ। ਕੋਈ ਸਿਸਟਮ ਨੂੰ ਅੰਗਦਾ ਹੈ ਵੀ ਯਾਰ ਸਿਸਟਮ ਕਿੱਡਾ ਵੱਡਾ ਹੈ ਤੇ ਇਹਨੂੰ ਹੱਥ ਕਿਹੜੇ ਪਾਸਿਓਂ ਪਾਈਏ। ਲੋਕਾਂ ਨੂੰ ਅਵੇਅਰ ਕਰ ਲਈਏ, ਲੋਕਾਂ ਨੂੰ ਜਾਗਰਤ ਕਰ ਲਈਏ, ਲੋਕਾਂ ਨੂੰ ਗੱਲ ਦਾ ਪਤਾ ਲੱਗ ਜੇ ਵੀ ਤੁਹਾਡਾ ਦੁਸ਼ਮਣ ਕੌਣ ਹੈ, ਤੁਹਾਡੀ ਲੁੱਟ ਕਿਵੇਂ ਹੁੰਦੀ ਹੈ, ਕੌਣ ਕਰਦਾ ਇਹ, ਪਾਲਿਸੀਆਂ ਆਉਂਦੀਆਂ ਕਿੱਥੋਂ ਨੇ। ਇਹ ਗੱਲ ਪਹਿਲਾਂ ਜ਼ਰੂਰੀ ਹੈ ਕਿ ਸਿੱਧਾ ਜਾ ਕੇ ਉਹਦੇ ਵਿੱਚ ਛਾਲ ਮਾਰ ਕੇ ਸਿਸਟਮ ਦੇ ਵਿੱਚ ਲਪੇਟੇ ਜਾਈਏ ਤੇ ਉਹਦੇ ਵਿੱਚ ਹੀ ਡੁੱਬ ਜਾਈਏ। ਸਾਡਾ ਇਹ ਸੋਚਣਾ ਹੈ ਵੀ ਕਿਹੜੇ ਪਾਸਿਓਂ ਹੱਥ ਪਾਈਏ। ਸਿਸਟਮ ਬਦਲਣਾ ਹੈ, ਇੱਕ ਪਾਸਿਓਂ ਹੱਥ ਪਾ ਲਈਏ, ਹੇਠਾਂ ਤੋਂ ਹੱਥ ਪਾ ਕੇ ਤਾਹਾਂ ਨੂੰ ਜਾਈਏ ਕਿ ਸਿਰ ਤੇ ਬਹਿ ਕੇ ਹੇਠਾਂ ਨੂੰ ਆਈਏ। ਇਸ ਗੱਲ ਦਾ ਸਵਾਲ ਹੈ। ਬਹੁਤ ਸਾਰੇ ਸਾਥੀਆਂ ਨੇ ਇਹ ਜਿਹਾ ਸੁਪਨਾ ਪਾਲਿਆ। ਪਹਿਲਾਂ ਭੁਪਿੰਦਰ ਸਿੰਘ ਮਾਨ, ਉਹ ਰਾਜ ਸਭਾ ਦੇ ਮੈਂਬਰ ਰਹੇ ਹੈ। ਉਹਦਾ ਇਹ ਸੀ ਮੈਂ ਆਵਾਜ਼ ਬੁਲੰਦ ਕਰਕੇ ਸ਼ਾਇਦ ਮੈਂ ਸਿਸਟਮ ਨੂੰ ਸੁਧਾਰ ਦੂੰ। ਰਾਜੇ ਲੱਖੋਵਾਲ ਸਾਹਿਬ ਨੇ ਇੱਕ ਪਾਰਟੀ ਬਣਾਈ ਸੀ, ਲੋਕ ਹਿੱਤ ਪਾਰਟੀ, ਉਹਨੂੰ ਵੀ ਚੋਣਾਂ ਲੜ ਕੇ ਮੈਂ ਕੋਈ ਸਿਸਟਮ ਸੁਧਾਰ ਦੂੰ। ਫਿਰ 15 ਸਾਲ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ। ਉਹਦੇ ਵਿੱਚ ਉਹਨਾਂ ਨੂੰ ਸੁਪਨਾ ਸੀ ਮੈਂ ਕੁਝ ਸੁਧਾਰ ਦੂੰ, ਨਹੀਂ ਸੁਧਾਰ ਸਕਦਾ। ਸਿਸਟਮ ਦੇ ਵਿੱਚ ਵੜ ਕੇ ਕੁਝ ਸੁਧਾਰਿਆ ਜਾ ਸਕਦਾ, ਕਿੰਨੀ ਵੱਡੀ ਗੱਲ ਹੈ। ਇਹ ਸਾਥੀਆਂ ਦਾ ਭੁਲੇਖਾ, ਉਹ ਕਰ ਲੈਣ, ਉਹ ਕਰਕੇ ਦੇਖ ਲੈਣ। ਪਰ ਅਸੀਂ ਇਹ ਸਮਝਦੇ ਹਾਂ ਅਸੀਂ ਸਿਸਟਮ ਨੂੰ ਇੱਕ ਪਾਸਿਓਂ ਲੋਕਾਂ ਨੂੰ ਅਵੇਅਰ ਕਰਕੇ, ਲੋਕਾਂ ਨੂੰ ਜਾਗਰਤ ਕਰਕੇ, ਜਿਵੇਂ ਤੁਸੀਂ ਇੱਕ ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹੁੰਦਾ, ਲੰਮੀ ਜਾਂਦੀ ਹੈ ਗੱਲ ਆਪਣੀ, ਵੀ ਜਿਹੜਾ ਆਹ ਘੋਲ ਅੰਦੋਲਨ ਲੜਿਆ, ਇਹ ਅੰਦੋਲਨ ਦਾ ਜਿੱਤ ਦਾ ਕਾਰਨ ਇਹ ਹੈ ਵੀ ਇਹਦੇ 'ਚ ਕੋਈ ਸਿਆਸੀ ਪਾਰਟੀ ਨਹੀਂ ਸੀ ਸਟੇਜ ਤੇ ਚੜ੍ਹਨ ਦਿੱਤੀ, ਕੋਈ ਧਰਮ ਦਾ ਨਹੀਂ ਬਣ ਦਿੱਤਾ, ਕਿਸੇ ਰਾਜ ਦਾ ਨਹੀਂ ਬਣ ਦਿੱਤਾ, ਕਿਸੇ ਇੱਕ ਕਿੱਤੇ ਦਾ ਘੋਲ ਨਹੀਂ ਬਣਿਆ। ਜੇ ਪਹਿਲਾਂ ਨਹੀਂ ਪੋਲੀਟੀਕਲ ਤਾਂ ਅਸੀਂ ਵੀ ਪੋਲੀਟੀਕਲ ਆ ਬਾਈ। ਤੁਸੀਂ ਕਿਸੇ ਨੂੰ ਪੋਲੀਟੀਕਲ ਕਿਵੇਂ ਆ? ਪੋਲੀਟੀਕਲ ਹੋਣਾ ਇੱਕ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਬੰਦਾ ਹੋਣਾ। ਪੋਲੀਟੀਕਲ ਪਾਰਟੀ ਹੈ
ਹੁਣ ਦੇਖੋ ਪੋਲੀਟੀਕਲ ਪਾਰਟੀਆਂ ਨਹੀਂ ਚੋਣ ਲੜ ਰਹੀਆਂ, ਪਾਰਟੀਆਂ ਤਾਂ ਚੋਣ ਲੜਦੀਆਂ ਨੇ, ਉਹਨਾਂ ਦੇ ਟ੍ਰੇਡ ਆਰਗੇਨਾਈਜੇਸ਼ਨਾਂ ਹੋਣਾ, ਕਿਸਾਨ ਆਰਗੇਨਾਈਜੇਸ਼ਨ ਹੋਣਾ ਅੱਡ ਗੱਲ ਹੈ। ਇਹ ਸਾਡੀ ਮਾਨਤਾ, ਉਹ ਆ ਸਕਦੇ ਆ ਵਿੱਚ। ਉਗਰਾਹ ਸਾਹਿਬ 15 ਮਾਰਚ ਜਨਵਰੀ ਨੂੰ ਜਿਹੜੀ ਤੁਹਾਡੀ ਐਸਕੇਐਮ ਦੀ ਮੀਟਿੰਗ ਹੋਣੀ ਸੀ, ਉਹਦਾ ਕੀ ਸਟੇਟਸ ਹੈ ਹੋਣੀ ਕਿ ਉਹ ਹਾਲੇ ਹੋਏਗੀ ਮੀਟਿੰਗ? ਕਿਉਂਕਿ ਜਿਹੜਾ ਜਦੋਂ ਤੁਸੀਂ ਰੱਖਿਆ ਸੀਗਾ ਇਹ ਅਨਾਉਂਸ ਕੀਤਾ ਗਿਆ ਸੀ ਕਿ 15 ਜਨਵਰੀ ਨੂੰ ਫਿਰ ਰਿਵਿਊ ਕੀਤਾ ਜਾਏਗਾ। ਉਹ ਜਿਹੜੀ 15 ਜਨਵਰੀ ਦੀ ਮੀਟਿੰਗ ਹੈ ਸਾਡੀ ਸਟੈਂਡ ਕਰਦੀ ਹੈ। ਉਹ ਜਿਹੜੇ ਸਮਝੌਤੇ ਸਾਨੂੰ ਗ੍ਰਹਿ ਮੰਤਰਾਲੇ ਵੱਲੋਂ ਲਿਖਤੀ ਚਿੱਠੀ ਮਿਲੀ ਸੀ ਵੀ ਉਹ ਲੇਖਮਪੁਰੀ ਘਟਨਾ ਦਾ ਕੀ ਬਣ ਗਿਆ, ਅਜੈ ਮਿਸਰਾ ਦਾ ਕੀ ਬਣ ਗਿਆ, MSP ਦੀ ਕਮੇਟੀ ਬਣਾਉਣੀ ਸੀ ਉਹਦਾ ਕੀ ਬਣ ਗਿਆ, ਜਿਹੜੇ ਕੇਸ ਵਾਪਸੀ ਦੀ ਗੱਲ ਸੀ ਦਿੱਲੀ ਵਾਲੇ ਤੇ ਹਰਿਆਣੇ ਵਾਲੇ ਉਹਨਾਂ ਗੱਲਾਂ ਦਾ ਕੀ ਬਣ ਗਿਆ, ਉਹਦਾ ਜਾਇਜ਼ਾ ਲੈਣਾ, ਰਿਪੋਰਟ ਲੈਣੀ ਹੈ। ਉਸ ਤੋਂ ਬਾਅਦ ਆ ਜਿਹੜੀਆਂ 22 ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ, ਇਹਨਾਂ ਨਾਲ ਰਿਸ਼ਤੇ ਕਹੇ ਜੇ ਰੱਖਣ, ਉੱਥੇ ਇਹ ਗੱਲਾਂ ਤੈਅ ਹੋਣਗੀਆਂ। ਉਸ ਤੋਂ ਬਾਅਦ ਕੋਈ ਐਕਸ਼ਨ ਪ੍ਰੋਗਰਾਮ ਵੀ ਦਿੱਤਾ ਜਾ ਸਕਦਾ। ਸਰ ਤੁਹਾਡੇ ਤੱਕ ਅਪਰੋਚ ਕੀਤੀ ਕਿਉਂਕਿ ਤੁਸੀਂ ਬਹੁਤ ਵੱਡੀ ਜਥੇਬੰਦੀ ਹੋ ਪੰਜਾਬ ਦੀ, ਜਿਹੜੇ SSO ਬਣਿਆ ਉਹ ਕੱਲ ਉਹਨਾਂ ਦੇ ਬਿਆਨ ਸੀ ਕਿ ਉਗਰਾਹਾਂ ਸਾਹਿਬ ਸਾਡੇ ਵੱਡੇ ਭਰਾ ਨੇ, ਉਹ ਸਾਡੇ ਨਾਲ ਆ ਜਾਣਗੇ। ਤੁਹਾਡਾ ਇੱਕ ਕਮੇਟੀ ਬਣਾਈ ਗਈ ਹੈ, ਤੁਹਾਡੇ ਨਾਲ ਹੁਣ ਤੱਕ ਰਾਬਤਾ ਹੋਇਆ ਇਲੈਕਸ਼ਨ ਲੜਨ ਨੂੰ ਲੈ ਕੇ? ਇਹਦੇ ਨਾਲ ਹੀ ਦੇਖੋ ਇਹ ਬਿਲਕੁਲ ਹਾਂਜੀ ਇਹਦੇ ਨਾਲ ਹੀ ਜੁੜਦਾ। ਇਹ ਵੀ ਕਿਹਾ ਸੀ ਰਾਜੇਵਾਲ ਸਾਹਿਬ ਨੇ ਕਿ ਉਗਰਾਹਾਂ ਸਾਹਿਬ ਕੋਲੇ ਜਾਂ ਉਗਰਾਹਾਂ ਜਥੇਬੰਦੀ ਦੇ ਕੋਲ ਸਾਡੇ ਕੋਲੇ ਆਉਣ ਤੋਂ ਬਿਨਾਂ ਹੋਰ ਕੋਈ ਰਸਤਾ ਹੈ ਨਹੀਂ, ਉਹ ਸਾਡੇ ਚਲੋ ਉਹ ਜੋ ਵੀ ਮਰਜ਼ੀ ਕਹਿ ਸਕਦੇ ਆ, ਉਹਨਾਂ ਦਾ ਹੱਕ ਹੈ। ਅਸੀਂ ਤਾਂ ਇਹ ਸਪਸ਼ਟ ਕਰਨਾ ਚਾਹੁੰਦੇ ਆ ਬਈ ਜਿਹੜਾ ਕਿਸਾਨੀ ਦਾ ਘੋਲ ਚੱਲਿਆ, ਜਿਹਦੇ ਚ ਕੱਲੀਆਂ ਕਿਸਾਨ ਜਥੇਬੰਦੀਆਂ ਨੇ ਨਹੀਂ, ਬਹੁਤ ਸਾਰੀਆਂ ਦੁਕਾਨਦਾਰਾਂ ਦੀਆਂ, ਪੱਤਰਕਾਰਾਂ ਦੀਆਂ, ਵਕੀਲਾਂ ਦੀਆਂ, ਖੇਤ ਮਜ਼ਦੂਰਾਂ ਦੀਆਂ, ਸਾਰਿਆਂ ਨੇ ਯੋਗਦਾਨ ਪਾਇਆ। ਉਹਦੇ ਵਿੱਚ ਉਹ ਜਥੇਬੰਦੀਆਂ ਵੀ ਸ਼ਾਮਲ ਸੀ। ਇਸ ਵੇਲੇ ਵੀ ਉਹ ਜਥੇਬੰਦੀਆਂ ਬਿਆਨ ਦੇ ਰਹੀਆਂ ਕਿ ਅਸੀਂ 15 ਦੀ ਮੀਟਿੰਗ 'ਚ ਕੋਈ ਸਾਂਝਾ ਪ੍ਰੋਗਰਾਮ ਲਿਖਾਂਗੇ। ਅਗਲੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ, ਜਿਹੜੀ ਬਾਰ-ਬਾਰ ਆ ਰਹੀ ਹੈ ਵੀ ਤੁਸੀਂ ਫਿਰ ਕਿਵੇਂ ਕਰੋਗੇ, ਅਸੀਂ ਸਾਫ਼ ਕਰ ਚੁੱਕੇ ਹਾਂ, ਹੋਰ ਸਾਫ਼ ਕਰ ਦਿੰਦਾ ਮੈਂ। ਕਿਵੇਂ? ਕਿਸਾਨੀ ਦੇਸ਼ ਦੀ ਸਭ ਤੋਂ ਵੱਡੀ ਜਮਾਤ ਹੈ। ਇਹ ਕਿਸਾਨੀ ਨੂੰ ਅਸੀਂ ਜਥੇਬੰਦ ਕਰਨ ਤੇ ਪੂਰਾ ਤਾਣ ਲਾਇਆ ਹੋਇਆ। ਸਭ ਤੋਂ ਵੱਧ ਰੁਜ਼ਗਾਰ ਹੈ ਇਹਦੇ 'ਚ, ਸਭ ਤੋਂ ਵੱਧ ਪੀੜਿਤ ਹੋਈ ਹੈ, ਦੱਬੀ ਹੋਈ ਹੈ, ਕੁਚਲੀ ਹੋਈ ਹੈ, ਖੁਦਕੁਸ਼ੀਆਂ ਲਈ ਮਜਬੂਰ ਕੀਤੀ ਹੋਈ ਹੈ। ਇਹਨੂੰ ਜਥੇਬੰਦ ਜਦੋਂ ਕਰਦੇ, ਜਦੋਂ ਇਹ ਕਰੜੇ ਸੰਘਰਸ਼ ਲੜਦੀ ਹੈ ਤਾਂ ਸਾਰੇ ਇਹਦੇ ਵੱਲ ਝਾਕਦੇ ਆ ਤੇ ਆਉਂਦੇ, ਇਹਨੇ ਧੁਰਾ ਬਣਨਾ ਲੋਕ ਲਹਿਰ ਦਾ। ਅਸੀਂ ਲੋਕ ਲਹਿਰ ਬਣਾਉਣ ਵਾਸਤੇ ਸਾਡੀ ਸਿਆਸਤ ਇਹ ਹੈ ਜਥੇਬੰਦੀ ਦੀ, ਚੋਣਾਂ 'ਚ ਨਹੀਂ। ਅਸੀਂ ਤਾਂ ਲੋਕ ਲਹਿਰ ਬਣਾਉਣੀ ਹੈ। ਚੋਣਾਂ ਰਾਹੀਂ ਲੋਕ ਲਹਿਰ ਨਹੀਂ ਬਣ ਸਕਦੀ, ਵੋਟਾਂ ਰਾਹੀਂ ਲੋਕ ਲਹਿਰ ਨਹੀਂ ਬਣ ਸਕਦੀ। ਅਸੀਂ ਲੋਕ ਲਹਿਰ ਬਣਾਉਣੀ ਹੈ ਜਿਹਦਾ ਧੁਰਾ ਕਿਸਾਨੀ ਨੇ ਬਣਨਾ। ਅਸੀਂ ਤਾਂ ਇਹ ਵੀ ਚਾਹਾਂਗੇ ਕਿ ਜਿੱਦਾਂ ਭੁਲੇਖਾ ਨਿਕਲ ਗਿਆ 24 ਜਾਂ 22 ਜਥੇਬੰਦੀਆਂ ਦਾ ਚੋਣ ਲੜਨ ਵਾਲਾ, ਇਹਦੇ ਰਾਹੀਂ ਸੁਧਾਰ ਕਰਨ ਵਾਲਾ, ਕਿਸਾਨ ਪੱਖੀ ਨੀਤੀਆਂ ਲਿਆਉਣ ਵਾਲਾ, ਉਹ ਵੀ ਕਹਿ ਰਹੇ ਆ ਵੀ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਆ। ਅਸੀਂ ਵੀ ਸਮਝਦੇ ਹਾਂ ਵੀ ਵਿੱਚ ਹੀ ਆ। ਜੇ ਉਹ ਇੱਕ ਵਾਰੀ ਜਿੱਤ, ਆਪਾਂ ਵੱਡੀ ਜਿੱਤ ਲਈ, ਲੋਕਾਂ ਨੇ ਗਾਹਾਂ ਮੰਗਾਂ ਖੜੀਆਂ, ਉਹਦੇ ਵਿੱਚੋਂ ਵੀ ਖੜੀਆਂ MSP ਵਾਲੀ ਜਾਂ ਕੇਸਾਂ ਦੀ ਵਾਪਸੀ ਵਾਲੀ ਜਾਂ ਲਖੀਮਪੁਰ ਵਾਲੀ, ਆਹ ਵੱਡੀਆਂ ਮੰਗਾਂ ਜਿਹੜੀਆਂ ਹੈਗੀਆਂ ਇਹ ਵੀ ਖੜੀਆਂ। ਇਹਨਾਂ ਤੇ ਏਕਾ ਬਣਾਈ ਰੱਖਾਂਗੇ, ਉਹਨਾਂ ਨਾਲ ਵੀ ਤੇ ਹੋਰ ਜਥੇਬੰਦੀਆਂ ਨਾਲ ਵੀ। ਪੂਰੇ ਦੇਸ਼ ਦੀ ਲੋਕ ਲਹਿਰ ਪੈਦਾ ਕਰਨ ਦਾ ਸਾਡਾ ਟੀਚਾ ਹੈ। ਸਾਡੀ ਜਥੇਬੰਦੀ ਦੇ ਵਿਧਾਨ 'ਚ ਇਹ ਗੱਲਾਂ ਲਿਖੀਆਂ ਹੋਈਆਂ। ਉਹਦੇ ਸਿਰ ਤੇ ਤਬਦੀਲੀਆਂ ਜਿਹੜੀਆਂ ਚਾਹੁੰਦੇ ਆ ਵੀ ਕਾਰਪੋਰੇਟ ਸਾਮਰਾਜੀਆਂ ਦਾ ਜਿਹੜਾ ਸਾਡੇ ਤੇ ਗਲਬਾ ਹੈ, ਚੋਰ ਗੁਲਾਮੀ ਚੱਲ ਰਹੀ ਹੈ ਇਸ ਵੇਲੇ, ਸਿੱਧੀ ਗੁਲਾਮੀ ਬੇਸ਼ੱਕ ਨਹੀਂ, ਉਹ ਵੀ ਖਤਮ ਹੋਵੇ। ਤੇ ਜਿਹੜਾ ਆਹ ਸੂਦਖੋਰਾਂ ਦਾ, ਜਗੀਰਦਾਰਾਂ ਦਾ ਗਲਬਾ, ਖੇਤੀ ਦੀ ਕਮਾਈ ਅੱਧੀ ਇਹੀ ਖਾ ਜਾਂਦੇ ਆ, ਅੱਧੀ ਕਾਰਪੋਰੇਟ ਲੈ ਜਾਂਦੇ ਲੁੱਟ ਕੇ, ਇਹ ਸਾਰਾ ਕੁਝ ਖਤਮ ਕਰਨ ਤੇ ਸਾਡਾ ਤਾਣ ਲੱਗਿਆ ਹੋਇਆ। ਉਹਦੇ ਦੁਆਲੇ ਲੋਕ ਲਹਿਰ ਬਣਨੀ ਹੈ। ਉਦੋਂ ਮਗਰੋਂ ਲੋਕ ਸੋਚ ਲੈਣਗੇ ਵੀ ਹੁਣ ਬੁਨਿਆਦੀ ਤਬਦੀਲੀ, ਲੋਕਾਂ ਦੀ ਪੁੱਗਤ, ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਦੀ ਪੁੱਗਤ ਕਿਵੇਂ ਲਿਆਉਣੀ ਹੈ। ਕੋਈ ਪੋਲੀਟੀਕਲ ਪਾਰਟੀ ਵੀ ਵਿੱਚੋਂ ਨਿਕਲ ਸਕਦੀ ਹੈ, ਜਿਵੇਂ ਇਸ ਘੋਲ ਦੇ ਵਿੱਚੋਂ ਸੰਯੁਕਤ ਮੋਰਚਾ ਨਿਕਲਿਆ। ਕਦੇ ਨਹੀਂ ਸੀ ਇਸ ਤਰ੍ਹਾਂ ਏਕਾ ਹੋਇਆ ਜਥੇਬੰਦੀਆਂ ਦਾ। ਐਂ ਜਦੋਂ ਲਹਿਰ ਵਧੂਗੀ, ਉਹਦੇ ਵਿੱਚੋਂ ਨਵੇਂ-ਨਵੇਂ ਤਰੀਕੇ, ਨਵੇਂ-ਨਵੇਂ ਰੂਪ ਕੱਢੇ ਜਾਣਗੇ। ਇਹ ਸਾਡਾ ਟੀਚਾ। ਮੈਂ ਇੱਕ ਮਿੰਟ 'ਚ ਮੈਂ ਇਹਦੇ 'ਚ ਥੋੜੀ ਗੱਲ ਦਾ ਵਾਧਾ ਕਰਨਾ ਚਾਹੁੰਦਾ ਹਾਂ। ਜਿਹੜਾ ਸੀਗਾ ਵੀ ਰਾਜੇ ਵਾਲੇ ਕੇ ਕਹਿੰਦੇ ਜੀ ਗ੍ਰਾਹਾਂ ਵਾਲੇ ਸਾਹਿਬ ਤਾਂ ਸਾਡੀ ਗੱਲ ਹੋ ਗਈ, ਆਉਣਗੇ। ਅਸੀਂ ਇਹਦੇ ਉਲਟ ਕਹਿਣਾ ਚਾਹੁੰਦੇ ਹਾਂ
ਕਿ ਉਹ ਗੇੜਾ ਗੂੜਾ ਮਾਰਿਆ ਹੁਣ ਦੇਖਿਆ ਹੁਣ ਸਾਡੇ ਕੋਲ ਉਹਨਾਂ ਨੂੰ ਸਾਡੇ ਵਾਲੇ ਥਾਂ ਤੇ ਆਉਣਾ ਪੈਣਾ ਸਾਡੇ ਕੋਲ ਅਸੀਂ ਨਾ ਪਹਿਲਾਂ ਗਏ ਚੋਣਾਂ 'ਚ ਨਾ ਗਾਂ ਨੂੰ ਜਾਣਾ। ਉਗਰਾਹ ਸਾਹਿਬ ਜਦੋਂ ਇੱਕ ਹੀ ਵਜੇ ਨਾਲ ਛੋਟੀ 1 ਸਕਿੰਟ ਦੀ ਹੋਈ। ਦੇਖੋ ਅਸੀਂ ਦਿੱਲੀ ਤੋਂ ਆਏ, ਆਉਣ ਸਾਰ ਜ਼ਿਲ੍ਹਾ ਹੈੱਡਕੁਆਰਟਰ ਦੇ ਧਰਨੇ ਦਿੱਤੇ, ਉਹਨਾਂ ਦੇ ਘਰੋਂ ਵੀ ਕੀਤੇ ਤੇ ਟੂਲ ਪਲਾਜ਼ਾ ਤੇ ਹਜੇ ਵੀ ਬੈਠੇ ਆ। ਜੇ ਤੁਹਾਡੀ ਮੰਨ ਲਈ ਅਸੀਂ ਚੋਣਾਂ ਲੜਨੀਆਂ ਹੋਣ, ਮੰਨ ਲਓ ਅਸੀਂ ਆ 5 ਚੋਣਾਂ ਜਾ ਵੜੇ, ਪਿੱਛੇ ਸਾਡਾ ਸੰਘਰਸ਼ ਕੌਣ ਚਲਾਊਗਾ? ਇਹਦਾ ਨਾਲ ਸੰਘਰਸ਼ ਦਾ ਫੱਟਾ ਉਧਰ ਹੀ ਬੰਦ। ਜਿਹੜੀਆਂ ਜਥੇਬੰਦੀਆਂ ਚੋਣਾਂ ਕਰਨ ਜਾ ਵੜੀਆਂ ਉਹਨਾਂ ਦੀ ਕੋਈ ਸੰਘਰਸ਼ ਦੀ ਗੱਲ ਆਈ? 2 ਮਹੀਨੇ ਰਹਿਣ, 3 ਮਹੀਨੇ ਚੱਲੇ ਉਧਰ ਗੇੜ 'ਚ ਜਾਂ ਕੋਈ ਬਣ ਜਾਣ, ਯਾਨੀ ਜਿਹੜਾ ਉਹਦਾ ਸੰਘਰਸ਼ ਦੇ ਜ਼ੋਰ ਤੇ ਕੁਛ ਅਸੀਂ ਮਨਾਇਆ ਸੀ ਸੈਂਟਰ ਤੋਂ, ਉਹ ਤੋਂ ਤਾਂ ਪਾਸੇ ਹੋ ਗਿਆ, ਉਹਦਾ ਹਰਜਾ ਤਾਂ ਹੋ ਗਿਆ ਇੱਕ ਪੱਧਰ ਤੇ। ਇਹ ਗੱਲ ਉਹਨੂੰ ਜਾ ਕੇ ਉੱਥੇ ਸਮਝ ਆ ਜੂਗੀ। ਧੰਨਵਾਦ। ਹਾਂਜੀ दिल्ली में जब किसान आंदोलन चला, वहां पर जो किसान शहीद हुए हैं, मांग को लेकर आप पंजाब सरकार से मिले थे कल, कितना आंकड़ा आपने पंजाब सरकार को दिया था? जो किसान शहीद हुए थे, कितनों को नौकरी दी गई और कितनों को मुआवजा? क्योंकि ये बात अधर पे लटक रही है, दोबारा बैठक नहीं हो पाएगी मुख्यमंत्री। देखो, पंजाब सरकार को जो हमने आंकड़ा दिया वो हमें 400 से प्लस है, कुछ 407 दिया आंकड़ा। उसमें से मेरे ख्याल में 180 लोगों को, जो शहीद हुए परिवार है, उनको नौकरी मिल गई है। कंपनसेशन तकरीबन लगभग सबको मिल गया। एक आधा केस हो सकता है पेंडिंग हो, वो लेकिन हो गया है। ਖੇਤੀ ਕਿਸਾਨ ਯੂਨੀਅਨ ਦੀ ਪ੍ਰੈਸ ਕਾਨਫਰੰਸ ਹੋ ਗਈ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਚੋਣ ਮੈਨੀਫੈਸਟੋ ਦੇਖਾਂਗੇ ਸਾਰੀਆਂ ਪਾਰਟੀਆਂ ਦਾ, ਜਿਹਦਾ ਸਾਨੂੰ ਚੋਣ ਮੈਨੀਫੈਸਟੋ ਚੰਗਾ ਲੱਗੂਗਾ ਉਹਦੇ ਵੱਲ ਹੋ ਸਕਦਾ ਹੈ ਵੀ ਅਸੀਂ ਆਪਣਾ ਸਮਰਥਨ ਦੇ ਦਈਏ ਜਾਂ ਆਪਣੇ ਕਾਡਰ ਨੂੰ ਕੁਝ ਕਹਿ ਦਈਏ। ਤੁਸੀਂ ਐਸਾ ਫੈਸਲਾ ਲਓਗੇ ਜਾਂ ਕਾਡਰ ਨੂੰ ਆਪਣੀ ਸੋਚ ਤੇ ਛੱਡ ਦਿਓਗੇ ਕਿ ਤੁਸੀਂ ਜਿਵੇਂ ਕਰਨਾ ਚਾਹੁੰਦੇ ਹੋ ਕਰ ਲਓ? ਕੋਈ ਚੋਣ ਮੈਨੀਫੈਸਟੋ ਤੁਸੀਂ ਵੀ ਐਨਾਲਾਈਜ਼ ਕਰੋਗੇ? ਨਹੀਂ ਸਾਥੀ, ਉਹ ਜਥੇਬੰਦੀਆਂ ਦਾ ਆਪਣਾ ਫੈਸਲਾ ਹੈ। ਉਹਨਾਂ ਨੇ ਕਿਵੇਂ ਚੋਣ ਮੈਨੀਫੈਸਟੋ ਦੇਖ ਕੇ ਕਿਸੇ ਕੱਟੇ ਦੀ ਪੂਛ ਫੜ ਕੇ ਉਹਨਾਂ ਨਾਲ ਰਲਣਾ ਕਿ ਬੱਚੇ ਦੀ ਪੂਛ ਫੜ ਕੇ ਉਹਨਾਂ ਨਾਲ ਰਲਣਾ, ਉਹਨਾਂ ਦਾ ਆਪਦਾ ਫੈਸਲਾ ਹੈ। ਅਸੀਂ ਤੁਹਾਨੂੰ ਸਪਸ਼ਟ ਦੱਸਦੇ ਹਾਂ, ਚੋਣ ਮੈਨੀਫੈਸਟੋ ਕੋਈ ਕੁਛ ਵੀ ਪਾ ਦੇਵੇ, ਅਸੀਂ ਨਾ ਉਹਨਾਂ ਦੀ ਹਮਾਇਤ ਕਰਨੀ ਹੈ, ਨਾ ਅਸੀਂ ਚੋਣਾਂ 'ਚ ਹਿੱਸਾ ਲੈਣਾ। ਉਹਨਾਂ ਦੀ ਨਹੀਂ, ਕਿਸੇ ਦੀ ਵੀ, ਪਿਛਲੇ ਚੋਣ ਕਿਸੇ ਦੀ। ਮੈਨੀਫੈਸਟੋ ਦਾ ਕੀ ਬਣਿਆ? ਚੋਣ ਮੈਨੀਫੈਸਟੋ ਸੀ ਕਿ ਜ਼ਿਕਰੀ ਸਟੇਜ ਤੋਂ ਕਿ ਸਿਆਸੀ ਦਲਾਂ ਨੂੰ ਘੇਰਿਆ ਜਾਵੇਗਾ। ਬਹੁਤ ਸਾਰੇ ਮੁੱਦੇ ਵਿੱਦਿਆ ਦਾ ਤੁਸੀਂ ਜ਼ਿਕਰ ਕੀਤਾ, ਤੁਸੀਂ ਸਿਹਤ ਸੇਵਾਵਾਂ ਦਾ ਜ਼ਿਕਰ ਕੀਤਾ, ਉਹਨਾਂ ਨੂੰ ਲੈ ਕੇ ਘੇਰਿਆ ਜਾਵੇਗਾ। ਕਿ ਹੁਣ ਜਿਹੜੇ ਤੁਹਾਡੇ ਸਾਥੀ ਸਿਆਸੀ ਧਿਰ ਬਣਾਏ ਗਏ, ਉਹਨਾਂ ਨੂੰ ਵੀ ਘੇਰੋਗੇ ਇਹਨਾਂ ਮੁੱਦਿਆਂ ਨੂੰ ਲੈ ਕੇ, ਜਿੰਨਾ ਮੁੱਦਾ ਦੇਖੋ ਸਾਥੀਓ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਗਏ ਸੀ, ਉਦੋਂ ਤੱਕ ਸਾਡੀ ਇਹ ਪੋਜੀਸ਼ਨ ਸਟੈਂਡ ਕਰਦੀ ਸੀ, ਘੇਰਿਆ ਜਾਏਗਾ। ਤੁਸੀਂ ਇੱਕ ਹੋਰ ਸਾਡਾ ਬਿਆਨ ਵੀ ਪੜ੍ਹਿਆ ਹੋਣਾ, ਅਸੀਂ ਘੇਰਨ ਦੇ ਵਿੱਚ ਰੱਖਿਆ ਸੀ ਵੀ ਬੀਜੇਪੀ ਨੂੰ ਘੇਰਿਆ ਜਾਵੇਗਾ, ਦੋਨਾਂ ਤੋਂ ਸਵਾਲ ਪੁੱਛਾਂਗੇ। ਹੁਣ ਇਹ ਕਾਨੂੰਨ ਵਾਪਸ ਹੋ ਗਏ, ਹੁਣ ਸਾਰਿਆਂ ਨੂੰ ਸਵਾਲ ਪੁੱਛਾਂਗੇ। ਹੁਣ ਘੇਰ ਘਰੀਏ ਵਾਲਾ ਸਵਾਲ ਨਹੀਂ ਹੈ। ਗੁਰਾਂ ਸਾਹਿਬ, ਤੁਸੀਂ ਕਹਿੰਦੇ ਵੀ ਸਿਸਟਮ ਦੇ ਵਿੱਚ ਅਸੀਂ ਜਾਣਾ ਨਹੀਂ, ਦੂਸਰੇ ਪਾਸੇ ਤੁਸੀਂ ਲੋਕ ਲਹਿਰ ਦੀ ਗੱਲ ਕਰ ਰਹੇ ਹੋ, ਪਰ ਲੱਗ-ਲੱਗ ਜਥੇਬੰਦੀਆਂ ਜੇ ਇਸ ਤਰ੍ਹਾਂ ਰਹਿਣਗੀਆਂ ਤਾਂ ਕੀ ਲੋਕ ਲਹਿਰ ਬਣ ਜਾਏਗੀ ਤੁਹਾਡੀ, ਔਰ ਕਿੰਨਾ ਟਾਈਮ ਲੱਗੇਗਾ? ਜਥੇਬੰਦੀਆਂ ਕਿਧਰੇ ਨਹੀਂ ਜਾਂਦੀਆਂ, ਉਹ ਤਾਂ ਦੌਰਾ ਕਰਨ ਗਏ ਨੇ, ਮੁੜੇ ਹੋਣਗੇ, ਸਾਡੇ ਕੋਲ ਹੀ ਆਉਣਾ ਉਹਨਾਂ ਨੇ ਬਾਈ, ਉਦੋਂ ਕਰ ਲਾਂਗੇ। ਹੁਣ ਕਾਨੂੰਨ ਵਾਪਸ ਹੋ ਗਏ, ਕੀ ਜਿਹੜੇ ਜ਼ਿਮੀਂਦਾਰ ਨੇ ਜਾਂ ਜਿਹੜੇ ਮਜ਼ਦੂਰ ਨੇ ਉਹ ਖੁਦਕੁਸ਼ੀਆਂ ਕਰਨੋਂ ਹਟ ਜਾਣਗੇ? ਨਹੀਂ ਬਾਈ, ਬਹੁਤ ਵੱਡੀਆਂ ਬੇਸਿਕ ਮੰਗਾਂ ਤਾਂ ਸਾਡੀਆਂ ਸਟੈਂਡ ਕਰਦੀਆਂ ਨੇ। ਅਸੀਂ ਤੁਹਾਨੂੰ ਕਹਿ ਵੀ ਬੁਨਿਆਦੀ ਮੰਗਾਂ ਤਾਂ ਸਾਡੀਆਂ ਸਟੈਂਡ ਕਰਦੇ ਨੇ, ਤਾਂ ਇੱਕ ਅਟੈਕ ਮੋੜਿਆ ਵਾਪਸ। ਅਜੇ ਸਾਡੇ ਚੁੱਲ੍ਹਿਆਂ ਨੂੰ ਫਾਇਦਾ ਤਾਂ ਕੋਈ ਹੋਇਆ ਨਹੀਂ ਇਹਦਾ। ਜਿਹੜੀਆਂ ਬੁਨਿਆਦੀ ਇਸ਼ੂ ਨੇ, ਜਿਹੜੇ ਜਿੰਨਾ ਚਿਰ ਉਹ ਹੱਲ ਨਹੀਂ ਹੁੰਦੇ, ਖੁਦਕੁਸ਼ੀਆਂ ਰਹਿਣਗੀਆਂ, ਆਰਥਿਕ ਸੰਕਟ ਰਹੂਗਾ। ਆਪਣੇ ਸਾਥੀਆਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਜੋ ਫੈਸਲਾ ਲਿਆ ਉਹਨਾਂ ਨੇ? ਕਰ ਦੇ ਬਈ ਤੂੰ ਅਪੀਲ, ਥੋੜੀ ਛੋਟੀ ਕਰੇਗਾ। ਅਪੀਲ ਵੀ ਵਾਪਸ ਮੁੜਿਆ ਹੁਣ। ਇੱਕ ਮਿੰਟ, ਅਪੀਲ ਵੀ ਕਰ ਦਿਆਂਗੇ। ਮੈਂ ਜਿਹੜੀ ਗੱਲ ਸਾਫ਼ ਕਰਨੀ ਚਾਹੁੰਦਾ ਹੈ, ਜਿਹੜਾ ਇੱਧਰੋਂ ਸਵਾਲ ਆਇਆ ਸੀਗਾ ਚੋਣ ਮੈਨੀਫੈਸਟੋ ਦਾ, 1952 ਤੋਂ ਜੋ ਪਹਿਲੀ ਇਲੈਕਸ਼ਨ ਹੋਈ ਉਦੋਂ ਤੋਂ ਲੈ ਕੇ ਚੋਣ ਮੈਨੀਫੈਸਟੋ ਚੱਕ ਲਓ ਸਾਰੀਆਂ ਪਾਰਟੀਆਂ ਦੇ, A to Z, ਕਿਸੇ ਨੇ ਆਪਦੀ ਉਹ ਚੋਣ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕੀਤੇ। ਅਸੀਂ ਕਿਉਂ ਕਿਸੇ ਦਾ ਚੋਣ ਮੈਨੀਫੈਸਟੋ ਵੇਖ ਕੇ ਉਹਦੀ ਹਮਾਇਤ ਕਰਾਂਗੇ? ਅਸੀਂ ਤਾਂ ਉਹਦਾ ਅਮਲ ਵੇਖ ਕੇ ਦੇਖਾਂਗੇ। ਹੋ ਸਕਦਾ ਕੱਲ੍ਹ ਨੂੰ ਇਹ ਜਥੇਬੰਦੀਆਂ ਆ ਜਾਣ ਤਾਕਤ ਵਿੱਚ, ਕਿਸਾਨਾਂ ਦੇ ਆਹ ਮਸਲੇ ਹੱਲ ਕਰ ਦੇਣ ਜਿਹੜੇ ਅਸੀਂ ਤੁਹਾਡੇ ਸਾਹਮਣੇ ਰੱਖੇ ਆ, ਜ਼ਮੀਨਾਂ ਦੀ ਵੰਡ ਵਾਲੇ, ਸੂਦਖੋਰੀ ਵਾਲੇ, ਹੋਰ ਬੁਨਿਆਦੀ ਵੱਡੇ ਮਸਲੇ, ਸਾਮਰਾਜੀਆਂ ਦੀ ਜਕੜਾਂ ਤੋੜਨ ਵਾਲੇ, ਇਹ ਹੱਲ ਕਰ ਦੇਣ, ਦੇਖ ਲਾਂਗੇ। ਪਰ ਅੱਜ ਬਿਲਕੁਲ ਨਹੀਂ। ਕੋਈ ਦੂਜੀ ਗੱਲ ਅਸੀਂ ਅਪੀਲ ਇਹ ਕਰਨੀ ਚਾਹੁੰਦੇ ਹਾਂ
ਪੂਰੇ ਕਿਰਤੀ ਸਮਾਜ ਨੂੰ, ਕਿਸਾਨਾਂ ਨੂੰ ਵੀ, ਖੇਤ ਮਜ਼ਦੂਰਾਂ ਨੂੰ ਵੀ, ਸਨਅਤੀ ਮਜ਼ਦੂਰਾਂ ਨੂੰ ਵੀ, ਪੱਤਰਕਾਰ, ਵਕੀਲ, ਬੁੱਧੀਜੀਵੀ, ਸਾਰਿਆਂ ਨੂੰ ਕਿ ਆ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਜਮਾਤ ਹੈ ਕਿਰਤੀ ਜਮਾਤ, ਇਹਦੇ ਨਾਲ ਜਿਹੜੀਆਂ ਹੋਰ ਸਾਰੀਆਂ ਕਿਰਤੀ ਜਮਾਤਾਂ ਹੈ, ਇਹਨਾਂ ਦੇ ਹਿੱਤਾਂ ਵਾਸਤੇ ਜਿਹੜੀ ਅਸੀਂ ਗੱਲ ਕਹੀ ਆ ਸੰਘਰਸ਼ਾਂ ਨੂੰ ਹੋਰ ਕਰੜੇ ਕਰਨ ਵਾਲੀ, ਹੋਰ ਮਜ਼ਬੂਤ ਕਰਨ ਵਾਲੀ, ਉਹਦੇ ਵਿੱਚ ਆਪਦਾ ਯੋਗਦਾਨ ਪਾਓ। ਜਿੰਨਾ ਚਿਰ ਇਹ ਲਹਿਰ ਨਹੀਂ ਖੜੀ ਹੁੰਦੀ ਉਹਨਾਂ ਚਿਰ ਬੇਸ਼ੱਕ ਜਿਹਦਾ ਜੀ ਕਰਦਾ ਵੋਟਾਂ ਵੀ ਜਿੱਥੇ ਜੀ ਕਰਦਾ ਪਾ ਲਓ। ਅਸੀਂ ਨਹੀਂ ਕਹਿਣਾ ਵੀ ਇਹਨੂੰ ਪਾਓ ਤੇ ਇਹਨੂੰ ਨਾ ਪਾਓ, ਇਹ ਸਾਡੀ ਨੀਤੀ ਨਹੀਂ ਹੈ। सर 15 जनवरी को किसान योजना की बैठक हुई, क्या उसे स्थगित किया गया है? और 15 मार्च को केंद्र सरकार ने विज्ञान भवन दिल्ली में बैठक बुलाई थी, क्या आपको भी इसका न्योता आया है बैठक में? देखिए सर, 15 वाली मीटिंग में पहले बोल चुका हूँ, वो स्टैंड हमारी कर रही है, लेकिन दूसरा सद्दा हमें नहीं है। और बोलो, और बताएं, कोई सवाल नहीं। ਸਰ ਹੱਲ ਕੀ ਨਜ਼ਰ ਆਉਂਦਾ? ਅਸੀਂ ਵਾਰ-ਵਾਰ ਹੱਲ ਆ ਰਹੇ, ਕੀ ਇਕੱਲਾ ਵਿਰੋਧੀ ਹੱਲ ਆਉਂਦਾ ਹੈ? ਮੇਰਾ ਸਵਾਲ ਇਹ ਕਿ ਪਾਰਲੀਮੈਂਟ ਸਿਸਟਮ मेरा ਤੁਹਾਡੇ ਸਵਾਲ ਦਾ ਜਵਾਬ ਇਹ ਹੈ ਵੀ ਕਾਨੂੰਨਾਂ ਦਾ ਸਿਰਫ ਅਸੀਂ ਵਿਰੋਧ ਹੀ ਕੀਤਾ ਕਿ ਹੱਲ ਕੀਤਾ? ਮੈਨੂੰ ਇਹ ਜਵਾਬ ਦਿਓ। ਵਿਰੋਧ ਕੀਤਾ, ਵਿਰੋਧ ਤੋਂ ਹੱਲ ਹੱਲ ਵੀ ਨਿਕਲਿਆ ਨਾ। ਸਵਾਲ ਮੇਰਾ ਉਸ ਤੋਂ ਜੇ ਕਿਸੇ ਦਾ ਵਿਰੋਧ ਨਹੀਂ ਹੋਊ ਤਾਂ ਹੱਲ ਕਿਵੇਂ ਹੋ? ਨਹੀਂ 2 ਮਿੰਟ ਸਰ, ਜਿਹੜੀ ਜਗ੍ਹਾ ਤੋਂ ਕਾਨੂੰਨ ਬਣੇ ਹੈ, ਹਾਂ। ਜੇ ਕਾਨੂੰਨ ਬਣਦੇ ਹੀ ਨਾ ਤਾਂ ਤੁਹਾਨੂੰ ਵਿਰੋਧ ਕਰਨ ਦੀ ਲੋੜ ਹੀ ਨਾ ਪੈਂਦੀ। ਮੇਰਾ ਸਵਾਲ ਉੱਥੋਂ ਹੁੰਦਾ ਹੈ। ਬਈ ਜੇ ਤੂੰ ਕਰਜਈ ਹੋਵੇਂ ਤੈਨੂੰ ਤਾਂ ਪਤਾ ਲੱਗੇ। ਮੈਂ ਤਾਂ ਕਰਦੇ ਹੀ ਕੀਤਾ। ਕਰਜਈ ਜਿਹੜਾ ਬੰਦਾ ਹੁੰਦਾ ਨਾ, ਉਹ ਖਾਲੀ ਪ੍ਰਨੋਟਾਂ ਤੇ ਵੀ ਦਸਤਖਤ ਲਾਉਂਦਾ, ਉਹ ਅੰਗੂਠੇ ਵੀ ਉੱਥੇ ਲਾ ਲੈਂਦੇ ਨੇ ਵੀ ਖਾਲੀ ਪ੍ਰਨੋਟ ਤੇ ਖਾਲੀ ਕਾਗਜ਼ ਤੇ ਅਸੀਂ ਜੋ ਮਰਜ਼ੀ ਲਿਖ ਲਈਏ। ਉਹ ਕਰਜਈ ਸਾਡੀ ਹਕੂਮਤ ਹੈ ਜਿਹੜੀ ਵਿਦੇਸ਼ੀ ਸਾਮਰਾਜੀ ਮੁਲਕਾਂ ਦੀ, ਵਿਸ਼ਵ ਪਰ ਸੰਸਥਾ ਤੇ ਸੰਸਾਰ ਬੈਂਕ ਦੀ ਕਰਜਈ ਹੈ, ਕਠਪੁਤਲੀ ਹੈ। ਉਹਨਾਂ ਇੱਕ ਸੁਣੋ ਮੇਰੀ ਗੱਲ, ਕੋਈ ਸੰਸਾਰ ਬੈਂਕ ਕਿਸੇ ਦੇਸ਼ ਨੂੰ ਇਹ ਕਹਿ ਸਕਦਾ ਹੈ ਤੁਸੀਂ ਅਨਾਜ ਦੇ ਭੰਡਾਰ ਕਿਉਂ ਰੱਖੇ ਨੇ? ਕੋਈ ਵੀ ਨੀਤੀ ਇਹ ਕਹਿ ਸਕਦੀ ਹੈ ਵੀ ਤੁਸੀਂ ਐਜੂਕੇਸ਼ਨ ਹੈ ਪ੍ਰਾਈਵੇਟ, ਇਹ ਸਰਕਾਰੀ ਕਿਉਂ ਰੱਖੀ ਹੈ? ਕੋਈ ਸੰਸਾਰ ਬੈਂਕ ਦੀ ਕੋਈ ਤਾਕਤ, ਵੱਡੀ ਤਾਕਤ ਇਹ ਕਹਿ ਸਕਦੇ ਕਿਸੇ ਮੁਲਕ ਨੂੰ ਕਿ ਤੁਸੀਂ ਐਫਸੀਏ ਤੇ ਸਰਕਾਰੀ ਮੰਡੀਆਂ ਕਿਉਂ ਰੱਖੀਆਂ ਨੇ? ਇਹ ਦਾਖਲਅੰਦਾਜ਼ੀ ਕਿੱਧਰੋਂ ਬਣਦੀ ਹੈ? ਇਹਦਾ ਮਤਲਬ ਇਹ, ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਕੁੜੀ ਦਾ ਵਿਆਹ ਕਰਨਾ, 20 ਬੰਦਿਆਂ ਤੋਂ ਵੱਧ ਨਹੀਂ ਬੁਲਾਉਣੇ, ਪੈਲਸ ਨਹੀਂ ਬੁੱਕ ਕਰਨਾ, ਮੀਟ ਸ਼ੀਟ ਨਹੀਂ ਬਣਾਉਣਾ, ਦਾਰੂ ਨਹੀਂ ਦੇਣਾ, ਤੂੰ ਗੂਠਾ ਲਾ ਕੇ ਆਵੇਂਗਾ ਜੇ ਕਰਜਈ ਹੋਇਆ ਬਾਈ। ਗੱਲ ਇਹੀ ਹੈ ਨਾ ਜੀ, ਜਿਹੜਾ ਕਰਜ਼ਾ ਚੜਾਇਆ ਹਕੂਮਤ ਨਹੀਂ ਚੜਾਇਆ ਨਾ। ਜੇ ਹਕੂਮਤ ਚੰਗੀ ਹੁੰਦੀ ਤਾਂ ਸ਼ਾਇਦ ਕਰਜ਼ਾ ਨਾ ਚੜਦਾ। ਔਰ ਕਰਜ਼ੇ ਦੇ ਕਰਕੇ ਅੱਜ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨੀਤੀਆਂ ਜਿਹੜੀਆਂ ਲਾਗੂ ਕਰਾਉਣੀਆਂ ਪੈ ਰਹੀਆਂ, ਤਾਂ ਕਿਉਂ ਨਾ ਪਾਲਿਸੀਆਂ ਆਪਣੇ ਦੇਸ਼ 'ਚ ਵਧੀਆ ਲਾਗੂ ਕਰਕੇ ਉਹ ਕਰਜ਼ਾ ਉਤਾਰ ਕੇ ਆਪਣੇ ਦੇਸ਼ ਨੂੰ ਤੇ ਲੈ ਜਾਇਆ ਜਾਵੇ। ਗੱਲ ਦਾ ਜਵਾਬ ਤਾਂ ਸਾਡੀ ਦਾ ਬਾਈ ਆਪ ਹੀ ਦੇਤਾ। ਹੁਣ ਤਾਂ ਇਹੀ ਅਸੀਂ ਕਹਿੰਦੇ। ਇੱਕ ਮਿੰਟ ਭਾਜੀ, ਹੁਣ ਤਾਂ ਵੈਸੇ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਗੱਲ ਸਾਫ਼ ਕਰਤੀ ਸੀ, ਜਿਹੜੀ ਸਦਾਮ ਹੁਸੈਨ ਦੀ ਮਿਸਾਲ ਦਿੱਤੀ ਹੈ। ਜਿੰਨਾ ਚਿਰ ਸਦਾਮ ਹੁਸੈਨ ਸਾਮਰਾਜੀਆਂ ਦਾ ਚੌਕੀਦਾਰ ਬਣ ਕੇ ਚੱਲਦਾ ਰਿਹਾ, ਅਮਰੀਕਾ ਦਾ ਤੇ ਹੋਰ ਸਾਮਰਾਜੀ ਦੇਸ਼ਾਂ ਦਾ, ਜਿਨ੍ਹਾਂ 6 ਦੇਸ਼ਾਂ ਨੇ ਹਮਲਾ ਕੀਤਾ ਸੀ ਫੌਜੀ ਹਮਲਾ ਇਰਾਕ ਤੇ, ਤੁਹਾਨੂੰ ਪਤਾ ਹੋਊ ਇਹ ਇਤਿਹਾਸ, ਉਹਨਾਂ ਚਿਰ ਉਹਨੂੰ ਕੁਛ ਨਹੀਂ ਕਿਹਾ। ਉਹ ਵੀ ਚੁਣਿਆ ਹੋਇਆ ਨੁਮਾਇੰਦਾ ਸੀ ਉੱਥੋਂ ਦੇ ਲੋਕਾਂ ਦਾ, ਰਾਸ਼ਟਰਪਤੀ ਸੀ ਉਹ ਦੇਸ਼ ਦਾ। ਉਹਨੂੰ ਵਰਤਿਆ ਇਰਾਨ ਤੇ ਹਮਲਾ ਕਰਨ ਵਾਸਤੇ, ਉਹਦੀ ਧਰਤੀ ਵਰਤੀ, ਉਹਦੀ ਫੌਜ ਵਰਤੀ। ਜਿਵੇਂ ਇਸ ਵੇਲੇ ਇੱਥੇ ਆ ਚੱਲ ਰਹੀਆਂ ਹੈਗੀਆਂ ਚਾਲਾਂ, ਕਿਸੇ ਵੇਲੇ ਪਾਕਿਸਤਾਨ ਦੇ ਖਿਲਾਫ ਸਾਡੀ ਫੌਜ, ਸਾਡੀ ਧਰਤੀ ਵਰਤੀ ਜਾ ਸਕਦੀ ਹੈ ਸਾਮਰਾਜੀਆਂ ਵੱਲੋਂ। ਪਰ ਜਦੋਂ ਉਹਨੇ ਆਪਦੇ ਦੇਸ਼ ਦੀਆਂ ਇਹ ਨੀਤੀਆਂ ਲਿਆਂਦੀਆਂ ਵੀ ਅਸੀਂ ਤਾਂ ਕੌਮੀਕਰਨ ਕਰਾਂਗੇ ਸਾਰੇ ਮਹਿਕਮਿਆਂ ਦਾ, ਅਸੀਂ ਸਾਮਰਾਜੀਆਂ ਦੇ ਗੁਲਾਮ ਨਹੀਂ, ਜਦੋਂ ਇਹ ਲਿਆਂਦੀਆਂ ਉਦੋਂ ਹੀ ਬਹਾਨਾ ਬਣਾ ਕੇ ਪਰਮਾਣੂ ਹਥਿਆਰਾਂ ਦਾ, ਜਿਹੜਾ ਬਾਅਦ 'ਚ ਸਾਰੀ ਤਲਾਸ਼ੀ ਲੈਣ ਤੋਂ ਬਾਅਦ 'ਚ ਸਾਬਤ ਹੋ ਗਿਆ ਵੀ ਕੋਈ ਪਰਮਾਣੂ ਹਥਿਆਰ ਨਹੀਂ ਸੀ, ਹੱਲਾ ਬੋਲਿਆ, ਸਾਰਾ ਮੁਲਕ ਤਬਾਹ ਕੀਤਾ ਤੇ ਉਹਨੂੰ ਫਾਂਸੀ ਟੰਗਿਆ ਵੀ ਤੂੰ ਕਤਲੇਆਮ ਕਰਾਤਾ, ਲੋਕਾਂ ਦਾ ਕਤਲੇਆਮ ਆਪ ਕੀਤਾ। ਇੱਕ ਮਿੰਟ ਮੈਂ ਭਾਵੇਂ ਲੰਮੀ ਹੁੰਦੀ ਗੱਲ ਸਮਝਣ 'ਚ ਫਿਰ ਟਾਈਮ ਲੱਗੂਗਾ ਜੇ ਗੱਲ ਸਮਝਣੀ ਹੈ ਤਾਂ। ਇਸੇ ਤਰ੍ਹਾਂ ਹੀ ਚਿੱਲੀ ਦੇ ਵਿੱਚ ਅੱਜ ਤੋਂ ਘੱਟੋ ਘੱਟ 45 ਸਾਲ ਪਹਿਲਾਂ ਵੱਡੀ ਬਹੁਸੰਮਤੀ ਉੱਥੋਂ ਦੀ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਨੂੰ ਮਿਲ ਗਈ ਸੀ, ਵੱਡੀ ਬਹੁਸੰਮਤੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ। ਪਰ ਜਿੱਦਾਂ ਸਹੁੰ ਚੱਕਣੀ ਸੀ, ਜਿਹੜਾ ਸਿਸਟਮ ਦੀ ਗੱਲ ਕਰਦੇ ਆ, ਫੌਜੀ ਜਰਨੈਲਾਂ ਨੂੰ ਕਹਿਤਾ ਸਾਰੇ MP ਚੱਕ ਕੇ ਜੇਲ੍ਹ 'ਚ ਤਾੜਤੇ ਤੇ ਘੱਟੋ ਘੱਟ 5 ਸਾਲ ਜੇਲ੍ਹ 'ਚ ਹੀ ਤਾੜੀ ਰੱਖੇ, ਕੋਈ ਮੁਕੱਦਮਾ ਨਹੀਂ, ਕੁਛ ਨਹੀਂ, ਫੌਜੀ ਰਾਜ ਲਾਗੂ ਕਰਤਾ। ਆਹ ਸਿਸਟਮ ਦੀ ਤਾਕਤ ਆ ਇਹਨਾਂ ਦੇ ਹੱਥ 'ਚ, ਸਾਮਰਾਜੀਆਂ ਹੱਥ 'ਚ। ਇਹਦੇ ਮੁਕਾਬਲੇ ਦੀ ਤਾਕਤ ਜੇ ਬਣੂਗੀ ਫੇਰ ਕੁਛ ਬਣਨਾ, ਚੋਣਾਂ ਰਾਹੀਂ ਕੁਛ ਨਹੀਂ ਬਣਨਾ। ਆਹ ਤਜਰਬਾ 2 ਥਾਵਾਂ ਦਾ ਤੁਹਾਨੂੰ ਮੈਂ ਗਿਣਾਤਾ, ਹੋਰ ਬਥੇਰੀਆਂ ਮਿਸਾਲਾਂ ਹੈਗੀਆਂ ਦੁਨੀਆ ਦੇ ਵਿੱਚ।
ਇਹ ਚੋਣਾਂ ਰਾਹੀਂ ਸਿਸਟਮ ਜਿਹੜੀਆਂ ਬੁਨਿਆਦੀ ਨੀਤੀਆਂ ਉਹ ਨਹੀਂ ਬਦਲੀਆਂ ਜਾ ਸਕਦੀਆਂ। ਜਿਹੜਾ ਐਸਐਸਐਮ ਬਣਿਆ ਜੀ ਕੀ ਉਹ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਰਹਿ ਪਾਵੇਗਾ? ਕਿਉਂਕਿ ਕੋਲ ਸਵਾਲ ਪੂਰਾ ਲੜੀ ਗੁਰਨਾਮ ਸਿੰਘ ਜੀ ਨੂੰ ਉਹਨਾਂ ਪ੍ਰੋਗਰਾਮ ਕਰਵਾਇਆ ਗਿਆ ਸੀ ਚੱਲਦੇ ਅੰਦੋਲਨ ਦੇ ਦੌਰਾਨ, ਔਰ ਉਸ ਪ੍ਰੋਗਰਾਮ ਦਾ ਆਰਗੇਨਾਈਜ਼ ਇਹਨੇ ਚੜੂਮੀ ਸਾਹਿਬ ਨੇ ਕੀਤਾ ਜੀ, ਸਸਪੈਂਡ ਕੀਤਾ ਸੀ। ਹੁਣ ਤਾਂ ਸਿਆਸੀ ਧਿਰ ਬਣ ਗਏ ਨੇ ਜੀ, ਤੁਸੀਂ ਕਿਹਾ ਸਿਆਸਤ ਤੋਂ ਐਸਕੇਐਮ ਦੂਰ ਰਹੇਗਾ, ਹਿੱਸਾ ਰਹਿਣਗੇ ਹੁਣ ਐਸਐਸਐਮ ਵਾਲੇ ਜਾਂ ਵਕਾਲਤ ਕਰੋਗੇ ਬਾਹਰ ਕਰ? ਦੇਖੋ ਸਾਥੀ, ਉਸ ਟਾਈਮ ਅੰਦੋਲਨ ਚੱਲ ਰਿਹਾ ਸੀ, ਅੰਦੋਲਨ ਚੱਲਦੇ ਅੰਦੋਲਨ ਦੌਰਾਨ ਚੋਣਾਂ ਦੇ ਕੋਈ ਆਈਆਂ ਚੋਣਾਂ ਦੇ ਵਿੱਚ ਕੋਈ ਜਾਵੇ ਜਾਂ ਚੋਣਾਂ ਦਾ ਐਲਾਨ ਕਰੇ, ਉਦੋਂ ਉਹ ਤੋਂ ਵਰਜਿਤ ਸੀ, ਇਸ ਕਰਕੇ ਉਹਦੇ ਅਸੀਂ ਇਹ ਕਾਰਵਾਈ ਕੀਤੀ ਸੀ। ਹੁਣ ਚੋਣਾਂ ਉਹ ਮਸਲਾ ਕਾਨੂੰਨ ਵਾਪਸ ਹੋ ਗਏ, ਅਸੀਂ ਵਾਪਸ ਆ ਗਏ। ਇਹ ਜਿਹੜਾ ਮੋਰਚਾ ਬਣਿਆ ਐਸਐਮਐਸ, ਇਹ ਉਹ ਕਾਨੂੰਨ ਵਾਪਸ ਹੋਣ ਤੋਂ ਬਾਅਦ ਬਣਿਆ, ਉਹ ਮੋਰਚਾ ਅਸੀਂ ਨੇ ਮੁਲਤਵੀ ਕਰ ਲਿਆ। ਇਹਨਾਂ ਦੇ ਬਾਰੇ ਅਸੀਂ 22-15 ਤਰੀਕ ਨੂੰ ਸੋਚਾਂਗੇ ਕਿ ਇਹ ਸੰਯੁਕਤ ਮੋਰਚੇ ਦੇ ਵਿੱਚ 22 ਜਿਹੜੀਆਂ ਜਥੇਬੰਦੀਆਂ ਨੇ ਅੱਜ ਤੱਕ, ਮਤਲਬ ਕਿਸਾਨ ਜਥੇਬੰਦੀਆਂ ਕਦੇ ਚੋਣਾਂ ਦੇ ਵਿੱਚ ਨਹੀਂ ਲੜੀਆਂ, ਜਿਹੜੇ ਲੜੀਆਂ ਨੇ ਤਾਂ ਪਾਰਟੀਆਂ ਲੜੀਆਂ ਨੇ। ਇਹ ਜੇ ਤਾਂ 22 ਦੀਆਂ 22 ਜਥੇਬੰਦੀਆਂ ਪਾਰਟੀ ਦੇ ਰੂਪ ਦੇ ਵਿੱਚ ਐਸਐਮਐਸ ਦੇ ਵਿੱਚ ਸ਼ਾਮਲ ਹੋ ਗਈਆਂ, ਫਿਰ ਤਾਂ ਇਹਨਾਂ ਬਾਰੇ ਸੋਚਿਆ ਜਾਊ ਵੀ ਇਹਨਾਂ ਦਾ ਨਾਲ ਰਿਸ਼ਤਾ ਕਿਹੋ ਜਿਹਾ ਰੱਖੀਏ। ਜੇ ਇਹਨਾਂ ਨੇ ਆਪਦਾ ਪੋਲੀਟੀਕਲ ਵਿੰਗ ਵੱਖਰਾ ਬਣਾ ਕੇ ਕੋਈ ਆਉਂਦੇ ਨੇ, ਉਹਦੇ ਬਾਰੇ ਵਿਚਾਰ ਚਰਚਾ 15 ਤਰੀਕ ਤੇ ਕੀਤੀ ਜਾਊਗੀ। ਇਹ ਏਜੰਡਾ ਬਾਕੀ ਇੱਕ ਮਿੰਟ ਬੇਨਤੀ ਸਾਰਿਆਂ ਨੂੰ, ਉਹ ਤਾਂ ਫੜਾਤੀਆਂ। ਆ ਜਥੇਬੰਦੀ ਵੱਲੋਂ ਇੱਕ ਪੈਂਫਲੇਟ ਛਪਵਾਇਆ ਹੋਇਆ ਹੈ, ਆ ਸਾਰੇ ਜਾਣੇ ਫੜ ਲਓ, ਉਹ ਦੇ ਦਿੱਤੀਆਂ ਉਹਨਾਂ ਨੇ। ਇਹ ਸਾਰੇ ਜਾਣਿਆਂ ਨੇ ਇੱਕ ਇੱਕ ਕਾਪੀ ਲੈ ਕੇ ਜਾਣੀ ਹੈ। ਭਰਾ ਸਾਹਿਬ ਇਹਦੀ ਵੈਸੇ ਪੂੰਜੀਵਾਦ ਦੇ ਟਾਈਪ ਦੀ ਲੱਗ ਰਹੀ ਜਿਸ ਤਰੀਕੇ ਬੰਤਰੇ ਦੀ ਸਾਨੂੰ ਇਹਦਾ ਤੱਤ ਦੇਖ ਲਿਓ, ਕੱਲਾ ਰੂਪ ਨਾ ਦੇਖਿਓ। ਆ ਨਹੀਂ ਪੂੰਜੀਵਾਦ, ਸਾਹਮਣੇ ਜਾ ਕੇ ਇਹਦਾ ਤੱਤ ਦੇਖ ਲਿਓ ਜੀ, ਕੱਲਾ ਰੂਪ ਨਾ ਦੇਖ ਲਿਓ। ਠੀਕ ਹੈ ਜੀ। ਐਦਾ ਭਰਾਵਾ ਪੂੰਜੀਵਾਦ ਦੇ ਵਿੱਚ ਆ ਨਾ। ਆ ਲੈ ਲਓ ਸਾਰੇ। ਅੱਛਾ 1 to 1